श्री गुरु रामदास गुण गाओ। गुरु अर्जन बेगनान के नाशक, बेगनान के नाशक। गुरु हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बेहोरी। तेग बहादुर परम कृपाला जी, परम कृपाला। श्री गुरु गोबिंद सिंह विशाला। तरु तरा तर पुन्ना पुन्ना सीसा जी, पुन्ना पुन्ना सीसा। बंदो बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कार्य अनुराग। एक अंकारा सतगुरु, तेह प्रसाद सच होए। वाहे गुरु जी की फतेह है, बिघन बिनाशन सोए। वाहे गुरु जी की फतेह है, बिघन बिनाशन सोए। सतनाम वाहे गुरु साहिब जी दोहरा। बहस कहयो सतगुर तबह फगु निकट बुलाए। सिखन ग्रह ते कार गुर लेकिनस एक थाए। बहस कहयो सतगुर तबह फगु निकट बुलाए। सिखन ग्रह ते कार गुर लेकिनस एक थाए। चबर छतर तख्त दे मालक, धन धन साहिब सतगुरु। गुरु ग्रंथ साहिब सच्चे पातशाह जी की पावन पवित्र हजूरी दे अंदर सुभाएमान सत संगी प्यार वालिओ वडभागे हो। सतगुरु महाराज पातशाह जी की रहमत सदका धन धन अमर शहीद बाबा दीप सिंह साहब जी के पवित्र अस्थान गुरुद्वारा श्री टाला साहिब जी विखे शाम दे समय की हाज़री भर रहे हाजरीन,
ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚੱਲ ਰਹੇ ਲੜੀਵਾਰ ਇਤਿਹਾਸ ਦੀ ਵਿਚਾਰ ਜੋ ਰੋਜ਼ਾਨਾ ਆਪ ਜੀ ਸਰਵਣ ਕਰਦੇ ਆ ਰਹੇ ਹੋ। ਆਓ ਗੁਰਮੁਖ ਜਨੋ, ਸਤਿਗੁਰੂ ਪਾਤਸ਼ਾਹ ਜੀ ਦੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਮਿਲਿਆ ਹੈ। ਮਹਾਰਾਜ ਸਾਹਿਬ ਦੇ ਇਤਿਹਾਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਸੀ। ਧੰਨ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਸਸਰਾਵਾਂ ਪਹੁੰਚੇ ਨੇ, ਮਹਾਰਾਜ ਸਾਹਿਬ ਸੰਗਤਾਂ ਨੂੰ ਪਿੱਛੇ ਛੱਡ ਕੇ ਤੇ ਬੜੀ ਛੇਤੀ ਛੇਤੀ ਕਾਹਲੀ ਦੇ ਨਾਲ ਮਹਾਰਾਜ ਘੋੜਾ ਭਜਾ ਕੇ ਚਲੇ ਗਏ। ਜਦੋਂ ਮਹਾਰਾਜ ਸਾਹਿਬ ਘੋੜਾ ਭਜਾ ਕੇ ਗਏ ਨਾ, ਤੇ ਗੁਰੂ ਸਾਹਿਬ ਨੇ ਕਿਹਾ ਤੁਸੀਂ ਮਗਰ ਹੌਲੀ ਹੌਲੀ ਆ ਜਾਇਓ ਤੇ ਸਾਨੂੰ ਬੜਾ ਜ਼ਰੂਰੀ ਕਾਰਜ ਹੈ, ਕਰਨਾ ਹੈ। ਮਹਾਰਾਜ ਸਾਹਿਬ ਨਗਰ ਦੇ ਅੰਦਰ ਚਲੇ ਗਏ। ਇੱਕ ਘਰ ਹੈ, ਵਾਹਵਾ ਵਿਹੜਾ ਖੁੱਲ੍ਹਾ ਏ, ਉਸ ਦਾ ਦਰਵਾਜ਼ਾ ਕਾਫੀ ਵੱਡਾ ਉੱਚਾ ਬਣਿਆ, ਪਰ ਉਹਨੂੰ ਤਖਤਾ ਨਹੀਂ ਲੱਗਾ, ਭਾਵ ਦਰਵਾਜ਼ੇ ਨਹੀਂ ਲੱਗੇ ਹੋਏ। ਮਹਾਰਾਜ ਸਾਹਿਬ ਘੋੜੇ ਤੇ ਚੜ੍ਹੇ ਹੋਏ ਹੀ ਜਾ ਕਰਕੇ ਵਿਹੜੇ 'ਚ ਖਲੋ ਗਏ। ਇੱਕ ਸਿੱਖ ਦੇ ਸਿੱਖ ਕਮਰੇ 'ਚੋਂ ਘਰ 'ਚੋਂ ਅੰਦਰੋਂ ਬਾਹਰ ਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਹਮਣੇ ਦੇਖਿਆ। ਅਜੇ ਉਹ ਪਹਿਲੀ ਵਾਰੀ 9ਵੇਂ ਪਾਤਸ਼ਾਹ ਨੂੰ ਸਤਿਗੁਰੂ ਸਾਹਿਬ ਦੇ ਪਹਿਲੀ ਵਾਰੀ ਦੀਦਾਰ ਕਰ ਰਿਹਾ ਸੀ। ਜਦੋਂ ਮਹਾਰਾਜ ਸਾਹਿਬ ਨੂੰ ਦੇਖਿਆ ਤੇ ਇੰਜ ਲੱਗਾ ਜਿਵੇਂ ਕੋਈ ਮਹਾਰਾਜਾ ਆਇਆ ਹੋਵੇ। ਹੱਥ ਵਿੱਚ ਧਨੁੱਖ ਹੈ, ਕੰਡ ਦੇ ਪਿੱਛੇ ਪੱਥਾ ਏ ਤੀਰਾਂ ਨਾਲ ਭਰਿਆ ਹੋਇਆ, ਤੇ ਗਲ ਵਿੱਚ ਪਾਈ ਸ਼ਮਸ਼ੀਰ ਹੈ। ਘੋੜੇ ਤੇ ਚੜ੍ਹੇ ਹੋਏ ਨੇ ਸਤਿਗੁਰੂ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ। ਤੇ ਜਦੋਂ ਸਿੱਖ ਨੇ ਅੰਦਾਜ਼ਾ ਜਿਹਾ ਲਾਇਆ ਵੀ ਕੌਣ ਹੋ ਸਕਦਾ ਹੈ, ਹੌਲੀ ਹੌਲੀ ਮਹਾਰਾਜ ਦੇ ਘੋੜੇ ਦੇ ਲਾਗੇ ਚਲਾ ਗਿਆ। ਕਹਿਣ ਲੱਗਾ ਜੀ ਮੈਂ ਆਪ ਜੀ ਦੀ ਪਹਿਚਾਣ ਨਹੀਂ ਕਰ ਪਾਇਆ। ਤਾਂ ਮਹਾਰਾਜ ਸਾਹਿਬ ਕਹਿੰਦੇ ਆਪੇ ਹੀ ਤੇ ਆਪਣੇ ਘਰ ਦੇ ਦਰਵਾਜ਼ੇ ਉੱਚੀ ਰੱਖੀ ਬੈਠਾ ਹੈ ਕਿ ਮੇਰੇ ਘਰੇ ਇੱਦਾਂ ਗੁਰੂ ਸਾਹਿਬ ਆਉਣ। ਇੰਨੇ ਬਚਨ ਹੀ ਮਹਾਰਾਜ ਸਾਹਿਬ ਦੇ ਕਰਨ ਦੀ ਦੇਰ ਹੋਈ, ਅੱਖਾਂ ਭਰ ਆਈਆਂ, ਗਲ ਭਰ ਆਇਆ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦੀ ਮੈਂ ਉਡੀਕ ਕਰਦਾ ਹਾਂ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਮਨ ਇੰਨਾ ਭਰਿਆ, ਆਪਣੀ ਮਾਤਾ ਨੂੰ ਆਵਾਜ਼ ਮਾਰੀ, ਦਰਸ਼ਨ ਕਰਾਏ ਗੁਰੂ ਸਾਹਿਬ ਪਾਤਸ਼ਾਹ ਜੀ ਦੇ। ਅਜੇ ਮਹਾਰਾਜ ਸਾਹਿਬ ਨੂੰ ਨਹੀਂ ਕਿਹਾ ਘੋੜੇ ਤੋਂ ਉਤਰਨ ਵਾਸਤੇ, ਤੇ ਫਟਾਫਟ ਸਭ ਤੋਂ ਪਹਿਲਾਂ ਉਹਨੇ ਪਲੰਘ ਜਿਹੜਾ ਤਿਆਰ ਕਰਾਇਆ ਸੀ ਨਾ ਗੁਰੂ ਸਾਹਿਬ ਮਹਾਰਾਜ ਸਾਹਿਬ ਦਾ, ਉਹ ਡਹਾਇਆ ਏ, ਪਲੰਘ ਡਾਇਆ ਏ। ਪਲੰਘ ਡਾਉਂਦਿਆਂ ਆਸਣ ਵਿਛਾਤਾ ਮਹਾਰਾਜ ਸਾਹਿਬ ਦਾ ਉਹਦੇ ਉੱਪਰ। ਆਸਣ ਵਿਛਾਉਣ ਤੋਂ ਬਾਅਦ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹੱਥਾਂ ਦੀ ਤਲੀ ਤੇ ਮਹਾਰਾਜ ਸਾਹਿਬ ਦਾ ਚਰਨ ਰੱਖ ਕੇ ਨਾ, ਰਕਾਬ 'ਚੋਂ ਕੱਢ ਕੇ ਮਹਾਰਾਜ ਸਾਹਿਬ ਦਾ ਚਰਨਾ ਤੇ ਆਪਣੇ ਹੱਥਾਂ ਦੀ ਤਲੀ ਤੇ ਰੱਖਿਆ
ਤੇ ਗੁਰੂ ਸਾਹਿਬ ਨੂੰ ਬੜੇ ਅਦਬ ਨਾਲ ਘੋੜੇ ਤੋਂ ਹੇਠਾਂ ਉਤਾਰਿਆ ਤੇ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਆਸਣ ਤੇ ਬਿਰਾਜਮਾਨ ਕਰ ਦਿੱਤਾ। ਮਾਂ ਪੁੱਤ ਸਾਹਮਣੇ ਬੈਠ ਗਏ। ਹੌਲੀ ਹੌਲੀ ਸੰਗਤ ਆਉਣੀ ਸ਼ੁਰੂ ਹੋ ਗਈ। ਜਿਹਨੂੰ ਪਤਾ ਲੱਗਦਾ ਜਾਂਦਾ ਸੀ ਵੀ ਗੁਰੂ ਤੇਗ ਬਹਾਦਰ ਚਾਚੇ ਫੱਗੋ ਦੇ ਘਰ ਆਏ ਹੋਏ ਨੇ, ਤਾਂ ਸਾਰੇ ਇਲਾਕੇ ਦੀ ਸੰਗਤ ਇਕੱਠੀ ਹੋ ਕੇ ਆਈ। ਜਿਹੜੀ ਸੰਗਤ ਮਹਾਰਾਜ ਸਾਹਿਬ ਦੇ ਨਾਲ ਪਿੱਛੋਂ ਆ ਰਹੀ ਸੀ, ਗੁਰੂ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਤੇ ਗੁਰੂ ਸਾਹਿਬ ਦੇ ਮਹਿਲ ਮਾਤਾ ਗੁਜਰੀ ਜੀ, ਉਹਨਾਂ ਦੇ ਨਾਲ ਜਿਹੜੇ ਸਿੱਖ ਸੀ, ਜਿਹੜੀਆਂ ਸੰਗਤਾਂ ਸੀ, ਉਹ ਵੀ ਸਾਰੇ ਚਾਚੇ ਫੱਗੋ ਦੇ ਘਰੇ ਆ ਗਏ। ਗੁਰੂ ਕੇ ਮਹਿਲ ਗੁਰੂ ਕੀਆਂ ਸੰਗਤਾਂ ਜਦੋਂ ਆਈਆਂ ਤੇ ਚਾਚੇ ਫੱਗੋ ਨੇ ਸਭ ਪਾਸੇ ਤਿਆਰੀ ਕਰਾਉਣੀ ਸ਼ੁਰੂ ਕਰ ਦਿੱਤੀ। ਨਗਰ ਦੇ ਸਿੱਖਾਂ ਨੂੰ ਨਾਲ ਲੈ ਕਰਕੇ ਜਲ ਪਾਣੀ ਦਾ ਪ੍ਰਬੰਧ ਕੀਤਾ, ਵਿਸ਼ਰਾਮ ਦਾ ਪ੍ਰਬੰਧ ਕੀਤਾ ਗਿਆ ਹੈ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਦਿਲੋਂ ਆਦਰ ਸਤਿਕਾਰ ਕੀਤਾ ਏ। ਮਨ ਗਦ ਹੋਇਆ ਏ ਗੁਰੂ ਸਾਹਿਬ ਦੇ ਦੀਦਾਰ ਪਾ ਕਰਕੇ, ਧੰਨ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ। ਜਦੋਂ ਗਰੀਬ ਨਵਾਜ ਸਤਿਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ, ਸਾਰੀ ਸੰਗਤ ਇਕੱਤਰ ਹੋ ਗਈ ਆ। ਬੇਅੰਤ ਭੇਟਾਵਾਂ ਉਹਨੇ ਗੁਰੂ ਸਾਹਿਬ ਮਹਾਰਾਜ ਦੇ ਸਨਮੁਖ ਰੱਖੀਆਂ, ਕਿਉਂਕਿ ਮਸੰਦ ਪ੍ਰਚਾਰਕ ਸੀ ਨਾ। ਇਲਾਕੇ ਦੀ ਸੰਗਤ ਦੀ ਕਾਰ ਭੇਟਾ ਇਕੱਠੀ ਕਰਕੇ ਆਪਣੇ ਕੋਲ ਰੱਖਦਾ ਸੀ ਤੇ ਕਦੇ ਕਦੇ ਸ਼ਈ ਸ਼ਮਾਈ ਜਾਂ ਕਦੇ ਗੁਰੂ ਸਾਹਿਬ ਮਹਾਰਾਜ ਕੋਲ ਜਾਂਦਾ ਤੇ ਲੈ ਜਾਂਦਾ ਹੁੰਦਾ ਸੀਗਾ। ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਉਹਦੇ ਘਰ ਵਿੱਚ ਬੈਠੇ, ਸੰਗਤ ਦਾ ਬੜਾ ਇਕੱਠ, ਰੌਣਕ ਲੱਗੀ ਹੋਈ ਆ। ਉਹਦਾ ਫਿਰ ਜਿਹੜਾ ਜ਼ਿਕਰ ਬਿਰਤਾਂਤ ਹੈ, ਆਓ ਪਿਆਰਿਓ ਸਰਵਣ ਕਰੀਏ ਜੀ। ਧੰਨ ਵਾਹਿਗੁਰੂ ਸਾਹਿਬ ਜੀ ਦੋਹਰਾ, ਬੇਹਸ ਕਹਿਓ ਸਤਿਗੁਰ, ਤਬ ਹੈ ਫੱਗੂ ਨਿਕਟ ਬੁਲਾਏ। ਬੇਹਸ ਕਹਿੰਦੇ ਨੇ ਖੁਸ਼ ਹੋਣਾ, ਮੁਸਕਰਾਉਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਤਾਂ ਚਾਚੇ ਫੱਗੋ ਨੂੰ ਫਿਰ ਮਹਾਰਾਜ ਕੋਲ ਬੁਲਾਉਂਦੇ ਹਨ। ਸਿੱਖਨ ਗ੍ਰਹਿ ਤੇ ਕਾਰ ਗੁਰ, ਲੇਕਿਨਸ ਇੱਕ ਥਾਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਕਹਿਆ ਹੈ, ਜਿਹੜੀ ਸਿੱਖ ਨੇ ਘਰ ਵਿੱਚ ਸੰਗਤ ਦੀ ਕਾਰ ਭੇਟਾ ਇਕੱਠੀ ਕੀਤੀ ਸੀ, ਜੋ ਪਈ ਸੋ ਅਬ ਅਰਪਨ ਕੀਜਹ ਆਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨੇ ਵੀ ਤੁਸੀਂ ਹੁਣ ਜਿਹੜੀ ਸੰਗਤ ਦੀ ਕਾਰ ਭੇਟਾ ਹੈ ਉਹ ਅਰਪਣ ਕਰਨਾ ਕਰੋ। ਹਮ ਚਾਹਤ ਆਗੈ ਪ੍ਰਸਥਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਅਸੀਂ ਹੁਣ ਅੱਗੇ ਨੂੰ ਜਾਣਾ ਹੈ। ਹਾਥ ਜੋਰ ਤਿਨ ਸਕਲ ਸੁਨਾਈ। ਹੱਥ ਜੋੜ ਕੇ ਚਾਚੇ ਫੱਗੋ ਨੇ ਸਤਿਗੁਰੂ ਸਾਹਿਬ ਮਹਾਰਾਜ ਨੂੰ ਇਵੇਂ ਆਖਿਆ ਹੈ, ਕਹਿਓ ਜੋ ਮੈਂ ਆਗੈ ਇੱਕ ਥਾਈ। ਕਹਿਣ ਲੱਗਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ, ਕਹਿਓ ਜੋ ਮੈਂ ਆਗੇ ਇੱਕ ਥਾਈ, ਜੋ ਪਹਿਲਾਂ ਹੀ ਮੈਂ ਇੱਕ ਥਾਂ ਦੇ ਉੱਤੇ। ਸੋ ਗਿਨ ਗਿਨ ਪੈਸੇ ਲੱਗ ਸਾਰੇ। ਸਾਰਾ ਕੁਝ ਮੈਂ ਇੱਥੇ ਪੈਸੇ ਮਾਇਆ ਸਭ ਇਕੱਠੀ ਕਰਕੇ ਰੱਖ ਦਿੱਤੀ ਹੈ। ਹੁੰਡੀ ਕੋ ਕਰਾਏ ਬਹੁ ਬਾਰੇ। ਜਿਹੜੀ ਹੁੰਡੀ ਤਿਆਰ ਕੀਤੀ ਕਿਸੇ ਸਿੱਖ ਦੇ ਵੱਲੋਂ, ਸੌਖਾ ਕਹਿ ਦਿਆਂ ਹੁੰਡੀ ਤਿਆਰ ਕੀ ਹੁੰਦੀ ਸੀਗੀ, ਅੱਜ ਦੇ ਟਾਈਮ ਵਿੱਚ ਆਪਾਂ ਚੈੱਕ ਸਾਈਨ ਕਹਿ ਦਈਏ। ਉਹ ਹੁੰਡੀ ਹੁੰਦੀ ਸੀ, ਕਿਸੇ ਬੰਦੇ ਵੱਲੋਂ ਕਿਸੇ ਸ਼ਾਹੂਕਾਰ ਕੋ ਪੈਸੇ ਜਮ੍ਹਾਂ ਪਏ ਹੋਏ ਆ। ਸਿੱਖ ਕੋਲੋਂ ਘਰ ਨਗਦੀ ਨਹੀਂ ਆ, ਉਹਨੇ ਆਪਣੇ ਤੌਰ ਤੇ ਹੁੰਡੀ ਲਿਖ ਦਿੱਤੀ ਆ ਵੀ ਮੇਰੇ ਇੰਨੇ ਪੈਸੇ ਇਸ ਸਿੱਖ ਨੂੰ ਦਿੱਤੇ ਜਾਣ, ਇਸ ਸਿੱਖ ਨੇ ਸੇਵਾ ਵਿੱਚ ਵਰਤਣੇ ਆ। ਉਹ ਹੁੰਡੀ ਕਹਿ ਲਈਏ ਆਪਾਂ।
ਉਹ ਹੁੰਡੀ ਤਿਆਰ ਕੀਤੀ ਹੋਈ ਵੀ ਗੁਰੂ ਸਾਹਿਬ ਦੇ ਅੱਗੇ ਰੱਖੀ ਹੋਈ ਹੈ। ਰਹਿਓ ਹਜੂਰ ਪੁਚਾਵਤ ਸੋਈ। ਕਹਿੰਦਾ ਮਹਾਰਾਜ ਸਾਹਿਬ ਜੀ ਉਹ ਵੀ ਆਪ ਜੀ ਦੇ ਅੱਗੇ ਸਭ ਕੁਝ ਰੱਖਿਆ ਹੈ। ਸ਼ਾਨੀ ਨਹੀਂ ਆਪ ਤੇ ਕੋਈ। ਆਪ ਜੀ ਤੋਂ ਕੋਈ ਵੀ ਗੱਲ ਛੁਪੀ ਨਹੀਂ ਹੋਈ ਮਹਾਰਾਜ ਸਾਹਿਬ ਜੀ। ਅਬ ਬਾਕੀ ਜੇ ਤਿਕ ਧਨ ਕੀਨਾ। ਹੁਣ ਬਾਕੀ ਜਿੰਨਾ ਕੋ ਧਨ ਮਹਾਰਾਜ ਸਾਹਿਬ ਇਕੱਠਾ ਕੀਤਾ ਹੈ ਸੋ ਸਭ ਚਾਹੋ ਆਪ ਕੋ ਦਿਨਾ। ਉਹ ਸਾਰਾ ਆਪ ਜੀ ਨੂੰ ਮਹਾਰਾਜ ਮੈਂ ਭੇਟਾ ਕਰਨਾ ਚਾਹੁੰਦਾ ਹਾਂ। ਹਿਮ ਕਹਿ ਦਿਓ ਦਰਬ ਕੋ ਆਨ। ਸਿੱਖ ਨੇ ਸੰਗਤ ਦੀ ਕਾਰ ਭੇਟਾ ਜਿੰਨੀ ਘਰ ਰੱਖੀ ਸੀ ਨਾ ਸਾਰੀ ਮਹਾਰਾਜ ਸਾਹਿਬ ਨੂੰ ਲਿਆ ਕੇ ਦੇ ਦਿੱਤੀ ਹੈ। ਜੋ ਸਿੱਖਨ ਤੇ ਲੀਨ ਮਹਾਨ। ਜੋ ਸੰਗਤਾਂ ਕੋਲੋਂ ਇਹ ਇਕੱਤਰ ਕਰਦਾ ਹੁੰਦਾ ਸੀ। ਪਿਖ ਸਤਿਗੁਰ ਨੇ ਤਹ ਸੋ ਕਹਿਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਿੱਖ ਨੂੰ ਵੇਖ ਕੇ ਕਹਿਆ ਹੈ ਅਪਰ ਲਿਆਓ ਜੋ ਬਾਕੀ ਰਹਿਓ। ਹੁਣ ਆ ਸਾਖੀ ਬਹੁਤ ਪਿਆਰੀ ਹੈ, ਬੜੀ ਸਿੱਖਿਆ ਦੇਵੇਗੀ ਇਹ ਸਾਖੀ। ਜਦੋਂ ਸਿੱਖ ਨੇ ਸਾਰੀ ਕਾਰ ਭੇਟਾ ਮਾਇਆ ਜੋ ਸੰਗਤ ਨੇ ਉਹਨੂੰ ਦਿੱਤੀ ਹੀ ਨਾ, ਉਹਨੇ ਮਹਾਰਾਜ ਸਾਹਿਬ ਦੇ ਅੱਗੇ ਭੇਟਾ ਕਰ ਦਿੱਤੀ, ਢੇਰੀ ਲਾ ਦਿੱਤੀ। ਮਹਾਰਾਜ ਕਹਿੰਦੇ ਇੰਜ ਕਰ ਹੁਣ ਜਿਹੜੀ ਰਹਿ ਗਈ ਆ ਉਹ ਵੀ ਸਾਨੂੰ ਦੇ ਦੇ। ਹਮਰੇ ਹਿਤ ਜੋ ਕਿਛ ਕਿਸ ਨਾ ਦੀਨਾ। ਮਹਾਰਾਜ ਕਹਿੰਦੇ ਜਿਹਨੇ ਸਾਡੇ ਹਿੱਤ ਵਾਸਤੇ ਦਾਨ ਕੀਤਾ ਹੈ ਸੋ ਅਬ ਦੇਹੋ ਜੋ ਤੁਬ ਕਰ ਲੀਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਉਹ ਵੀ ਦੇ ਦਵੋ ਜਿਹੜਾ ਸਿੱਖ ਕੋਲੋਂ ਤੁਸੀਂ ਲਿਆ ਹੈ ਤੇ ਸਿੱਖ ਨੇ ਤੁਹਾਨੂੰ ਦਿੱਤਾ ਹੈ। ਸੁਨ ਫਗੋ ਮਨ ਮਹਿ ਬਿਸ ਮਾਨਿਓ। ਚਾਚਾ ਫੱਗੂ ਸੁਣ ਕੇ ਮਨ ਵਿੱਚ ਬੜਾ ਹੈਰਾਨ ਹੋਇਆ ਹੈ। ਇਹ ਕਿਆ ਸਤਿਗੁਰ ਬਾਕ ਬਖਾਨਿਓ। ਕਹਿੰਦਾ ਵੀ ਮਨ 'ਚ ਹੈਰਾਨ ਪਤਾ ਕਿਉਂ ਹੋ ਰਿਹਾ ਵੀ ਮੈਂ ਸਾਰੇ ਪਦਾਰਥ ਸਾਰੀ ਮਾਇਆ ਸਭ ਕੁਝ ਤੇ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ ਏ ਤੇ ਮਹਾਰਾਜ ਫੇਰ ਮੇਰੇ ਕੋਲੋਂ ਕੁਝ ਮੰਗ ਰਹੇ ਆ ਵੀ ਜੋ ਕੁਝ ਸਾਨੂੰ ਸਿੱਖ ਨੇ ਭੇਟਾ ਕੀਤਾ ਉਹ ਵੀ ਲਿਆ ਤੇ ਮੈਂ ਹੁਣ ਕੀ ਰੱਖਿਆ ਹੋਇਆ ਏ। ਮੈਂ ਕੀ ਰੱਖਿਆ ਜਿਹੜਾ ਗੁਰੂ ਸਾਹਿਬ ਜੀ ਨੂੰ ਨਹੀਂ ਭੇਟਾ ਕਰ ਸਕਿਆ। ਮੋਹ ਢਿਗ ਤੋ ਅਬ ਕੁਛ ਨਹਿ ਰਹਿਓ। ਹੱਥ ਜੋੜ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੇ ਕੋਲ ਤੇ ਹੁਣ ਕੁਛ ਵੀ ਨਹੀਂ ਇਸ ਵੇਲੇ। ਇਹ ਕਿਮ ਜਾਚੈ ਹੈ ਕਿਆ ਔਰ ਲਹਿਓ। ਮਨ ਵਿੱਚ ਸੋਚਦਾ ਹੈ ਵੀ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਰਿਹਾ, ਕੁਝ ਭੁੱਲ ਤਾਂ ਨਹੀਂ ਰਿਹਾ। ਜੇ ਗੁਰੂ ਸਾਹਿਬ ਕਹਿ ਰਹੇ ਆ ਤੇ ਕੁਝ ਸੱਚ ਕਹਿ ਰਹੇ ਹੈ। ਕੂਰ ਬਾਕ ਇਹ ਕਹਿ ਨਾ ਕਿਉਂ ਹੂੰ। ਗੁਰੂ ਸਾਹਿਬ ਤੇ ਝੂਠ ਨਹੀਂ ਕਹਿ ਸਕਦੇ। ਜੇ ਇਹਨਾਂ ਨੇ ਕਿਹਾ ਆ ਵੀ ਉਹ ਵੀ ਲਿਆ ਜੋ ਸੰਗਤ ਨੇ ਸਾਨੂੰ ਸਾਡੇ ਵਾਸਤੇ ਭੇਟਾ ਕੀਤਾ ਤੇ ਇਹਦਾ ਮਤਲਬ ਮੈਂ ਕੁਝ ਭੁੱਲ ਰਿਹਾ ਵਾਂ। ਸਾਡੇ ਵਰਗਾ ਹੁੰਦਾ ਤੇ ਭਾਵੇਂ ਬਹਿਸ ਕਰਨ ਲੱਗ ਜਾਂਦਾ। ਮਹਾਰਾਜ ਤੁਹਾਨੂੰ ਸ਼ਾਇਦ ਨਹੀਂ ਪਤਾ, ਮਹਾਰਾਜ ਤੁਸੀਂ ਭੁੱਲ ਗਏ ਜੇ। ਉਦੋਂ ਇੱਦਾਂ ਦੇ ਸਿੱਖ ਨਹੀਂ ਹੁੰਦੇ। ਉਹ ਸਿੱਖ ਹੁੰਦੇ ਜਿਹੜੇ ਸਭ ਤੋਂ ਪਹਿਲਾਂ ਆਪਣੀ ਭੁੱਲ ਮੰਨਦੇ ਵੀ ਅਸੀਂ ਗਲਤ ਹਾਂ, ਅਸੀਂ ਭੁੱਲਾਂ ਵਾਲੇ ਹਾਂ, ਗੁਰੂ ਸਾਹਿਬ ਸਹੀ ਆ। ਮਹਾਰਾਜ ਸਾਹਿਬ ਨੂੰ ਇਹ ਸਮਝ ਗਿਆ, ਕਹਿੰਦਾ ਮਹਾਰਾਜ ਨੇ ਜੇ ਕਿਹਾ ਹੈ ਤੇ ਸੱਚ ਕਹਿਆ ਹੈ। ਮੁਝ ਢਿਗ ਰਹਿਓ ਨਾ ਸਤ ਪੀਓ। ਕੁਛ ਨਾ ਕੁਛ ਤੇ ਰਹਿ ਗਿਆ ਹੋਏਗਾ ਪੱਕਾ ਜਿਹੜਾ ਮੈਂ ਨਹੀਂ ਭੇਟਾ ਕਰ ਸਕਿਆ। ਚਿਤ ਚਿਤਵਤ ਬਿਤਵਤ ਤਿਸ ਕਾਲ। ਫਿਰ ਸੋਚਦਿਆਂ ਸੋਚਦਿਆਂ ਚਿੱਤ ਵਿੱਚ ਗੱਲ ਚੇਤੇ ਆ ਗਈ। ਸੋਚਦਿਆਂ ਸੋਚਦਿਆਂ ਚਿੱਤ ਵਿੱਚ ਉਹ ਉਸੇ ਵੇਲੇ ਖਿਆਲ ਆਇਆ ਇੱਕ ਸਿੱਖਨੀ ਗਤ ਕੀ ਨ ਸੰਭਾਲ। ਸੋਚਦਿਆਂ ਸੋਚਦਿਆਂ ਕਹਿੰਦਾ ਇਹ ਤਾਂ ਇੱਕ ਸਿੱਖਣੀ ਦੀ ਗੱਲ ਉਹਨੂੰ ਉਸੇ ਵੇਲੇ ਚੇਤੇ ਆ ਗਈ। ਸੁਨੋ ਪ੍ਰਭੂ ਜੋ ਮੈਂ ਨਹਿ ਦੀਨਾ। ਕਹਿੰਦਾ ਮਹਾਰਾਜ ਚੇਤਾ ਆ ਗਿਆ ਜੀ ਜੋ ਮੈਂ ਨਹੀਂ ਭੇਟਾ ਕਰ ਸਕਿਆ। ਹੁਣ ਸਾਰੀ ਸੰਗਤ ਮਹਾਰਾਜ ਦੇ ਸਾਹਮਣੇ ਬੈਠੀ ਹੋਈ ਆ। ਜਿਨ੍ਹਾਂ ਨੂੰ ਨਹੀਂ ਸੀ ਇਸ ਗੱਲ ਦਾ ਪਤਾ ਉਹ ਵੀ ਹੁਣ ਸੁਣਨ ਲੱਗੇ ਆ। ਪਤਾ ਤੇ ਸਤਿਗੁਰੂ ਸਾਹਿਬ ਨੂੰ ਸਭ ਕੁਝ ਹੀ ਸੀ
ਪਰ ਸਿੱਖ ਦੇ ਮੂੰਹੋਂ ਸੰਗਤ ਨੂੰ ਸੁਣਾਉਣ ਨਾਲ ਸੰਗਤ ਵਿੱਚ ਪਿਆਰ, ਸ਼ਰਧਾ, ਇਤਫਾਕ ਵੱਧਦਾ ਹੁੰਦਾ, ਸੰਗਤ ਨੂੰ ਜਾਣਕਾਰੀ ਮਿਲਦੀ ਹੁੰਦੀ ਆ। ਹੁਣ ਸਿੱਖ ਨੂੰ ਸਾਰਾ ਕੁਛ ਚੇਤੇ ਆ ਗਿਆ ਤੇ ਮਹਾਰਾਜ ਸਾਹਿਬ ਮੁਸਕਰਾ ਪਏ, ਕਹਿੰਦੇ ਦੱਸ ਦੇ ਫਿਰ ਹੁਣ ਜੋ ਕੁਝ ਵੀ ਆ। ਉਸੇ ਵੇਲੇ ਫਿਰ ਸਤਿਗੁਰੂ ਮਹਾਰਾਜ ਨੂੰ ਦੱਸਣ ਲੱਗਾ ਹੈ, ਆਪ ਸਿਮਰ ਚਾਹੋ ਜਿਸ ਲੀਨਾ। ਕਹਿੰਦਾ ਮਹਾਰਾਜ ਮੈਂ ਭੁੱਲ ਗਿਆ ਹਾਂ ਪਰ ਤੁਸੀਂ ਨਹੀਂ ਭੁੱਲੇ, ਤੁਹਾਨੂੰ ਸਭ ਕੁਝ ਚੇਤੇ ਆ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਹੈ। ਸਤਿਗੁਰੂ ਪਾਤਸ਼ਾਹ ਜੀ ਕਦੇ ਭੁੱਲਦੇ ਨਹੀਂ, ਮਨੁੱਖ ਭੁੱਲਦਾ ਹੈ। ਆਪ ਸਿਮਰ ਚਾਹੋ ਜਿਸ ਲੀਨਾ, ਤੁਸੀਂ ਯਾਦ ਕਰਾ ਕੇ ਮਹਾਰਾਜ ਮੈਨੂੰ ਮੇਰੇ ਕੋਲ ਉਹ ਭੇਟਾ ਲੈਣ ਲੱਗੇ ਹੋ। ਇੱਕ ਦਿਨ ਇੱਕ ਸਿੱਖ ਕੇ ਘਰ ਗਇਓ। ਕਹਿੰਦਾ ਮਹਾਰਾਜ ਪੁੱਛਦੇ ਵੀ ਦੱਸ, ਸਾਰੀ ਗੱਲ ਦੱਸ, ਹੋਇਆ ਕੀ, ਕਿਹੜੀ ਭੇਟਾ ਰਹਿ ਗਈ ਆ ਜਿਹੜੀ ਤੂੰ ਭੁੱਲ ਗਿਆ ਸੀ। ਕਹਿੰਦਾ ਮਹਾਰਾਜ ਗੱਲ ਇੱਦਾਂ ਹੋਈ ਵੀ ਮੈਂ ਰੋਜ਼ ਸੰਗਤਾਂ ਦੇ ਘਰ ਜਾਂਦਾ ਹੁੰਦਾ ਸੀ, ਕਦੇ ਇਲਾਕੇ ਵਿੱਚ ਲਾਗੇ ਲਾਗੇ ਪਿੰਡਾਂ ਵਿੱਚ ਥਾਵਾਂ ਜਿੱਥੇ ਕਿਤੇ ਕੋਈ ਸਿੱਖ ਵੱਸਦਾ ਹੁੰਦਾ, ਹਰ ਇੱਕ ਸਿੱਖ ਦੇ ਘਰੋਂ ਮੈਂ ਮਾਇਆ ਭੇਟਾ ਕੁਝ ਨਾ ਕੁਝ ਲੈ ਕੇ ਆਉਣਾ, ਮੈਂ ਖਾਲੀ ਨਹੀਂ ਮੁੜਦਾ ਹੁੰਦਾ। ਮੈਂ ਇਹੋ ਕਹਿਣਾ ਵੀ ਗੁਰੂ ਸਾਹਿਬ ਵਾਸਤੇ ਦਿਓ, ਸੰਗਤ ਵਾਸਤੇ ਭੇਟਾ ਕਰੋ, ਗੁਰੂ ਸਾਹਿਬ ਵਾਸਤੇ ਭੇਟਾ ਕਰੋ। ਤੇ ਇੱਕ ਦਿਨ ਮੈਂ ਇੱਕ ਸਿੱਖ ਦੇ ਘਰ ਗਿਆ ਸੀ ਤਹਾਂ ਨਾ ਸਿੱਖ ਕੋ ਦੇਖਤ ਭਇਓ। ਮਹਾਰਾਜ ਮੈਂ ਜਦੋਂ ਇੱਕ ਸਿੱਖ ਦੇ ਘਰ ਗਿਆ ਨਾ, ਉੱਥੇ ਮੈਂ ਸਿੱਖ ਨਹੀਂ ਵੇਖਿਆ, ਮਤਲਬ ਜਿਹੜੇ ਸਿੱਖ ਦੇ ਘਰ ਗਿਆ ਸਾਂ ਉਹ ਸਿੱਖ ਘਰ ਨਹੀਂ ਸੀਗਾ। ਸਿੱਖਣੀ ਹੁਤੀ ਤਿਸੀ ਸੰਗ ਪਾਖੀ। ਉਸ ਸਿੱਖ ਦੀ ਸਿੱਖਣੀ ਉਹ ਘਰ ਵਿੱਚ ਝਾੜੂ ਲਾਉਂਦੀ ਸੀਗੀ, ਘਰ ਸਭ ਸਫਾਈਆਂ ਕਰਦੀ ਪਈ ਸੀ। ਮੈਂ ਉਸ ਨੂੰ ਦੇਖ ਕੇ ਕਹਿਆ, ਦੇਹੋ ਗੁਰਕਾਰ ਜੋ ਹੈ ਘਰ ਰਾਖੀ। ਉਹ ਕਹਿੰਦੇ ਵੀ ਸਿੱਖ ਬਾਜਾਚਾ ਫੱਗੋ ਕਹਿੰਦਾ, ਮੈਂ ਉਹਨੂੰ ਜਾ ਕੇ ਕਿਹਾ ਵੀ ਦੇਹੋ ਗੁਰਕਾਰ ਜੋ ਹੈ ਘਰ ਰਾਖੀ। ਗੁਰੂ ਸਾਹਿਬ ਜੀ ਦੀ ਤੁਸੀਂ ਜੋ ਕੋਈ ਕਾਰ ਭੇਟਾ ਰੱਖੀ ਹੋਈ ਹੈ ਨਾ, ਉਹ ਸਾਨੂੰ ਹੁਣ ਦੇ ਦੇਣਾ ਕਰੋ। ਕਹਿਣ ਲੱਗੇ ਸਿੱਖ ਨਾਹਨ ਕਰੋ। ਤੇ ਅੱਗੋਂ ਉਹ ਸਿੱਖਣੀ ਮੈਨੂੰ ਕਹਿੰਦੀ ਆ ਵੀ ਇਸ ਵੇਲੇ ਮੇਰਾ ਸਿੱਖ ਘਰ ਨਹੀਂ ਹੈ, ਨਿਕਟ ਨਾ ਕੁਛ ਦੈਬੋ ਕਿਆ ਕਰੋ। ਤੇ ਮੇਰੇ ਕੋਲ ਇਸ ਵੇਲੇ ਕੁਝ ਵੀ ਦੇਣ ਨੂੰ ਨਹੀਂ ਹੈ। ਸੁਨ ਕੈ ਪੁੰਨ ਮੈਂ ਬੋਲਿਓ ਤਾਂ ਸੋ। ਮੈਂ ਬੜੇ ਅਦਬ ਦੇ ਨਾਲ, ਬੜੇ ਨਿਮਰਤਾ ਨਾਲ ਬੇਨਤੀ ਕੀਤੀ ਵੀ ਕੁਛ ਤਾਂ ਹੋਵੇਗਾ। ਜੋ ਕਿਛ ਹੋਏ ਦੇਹੋ ਨਿਜ ਪਾਸੋ। ਜੋ ਕੁਛ ਵੀ ਹੈ, ਭਾਵੇਂ ਇੱਕ ਦਾਣਾ ਵੀ ਕਿਉਂ ਨਾ ਹੋਵੇ, ਇੱਕ ਤਿਲ ਵੀ ਕਿਉਂ ਨਾ ਹੋਵੇ, ਜ਼ਰੂਰ ਖਾਲੀ ਨਾ ਮੋੜਿਓ ਮੈਨੂੰ। ਸੱਚ ਕਰਕੇ ਜੇ ਇਦਾਂ ਹੀ ਕਈ ਵਾਰੀ ਨਾ ਗੁਰੂ ਕੇ ਪਿਆਰ ਵਾਲੇ, ਗੁਰੂ ਦੇ ਹਿੱਤ ਵਾਸਤੇ ਜਦੋਂ ਕਦੇ ਗਰਾਈਆਂ ਕਰਨ ਆਉਂਦੇ ਹੁੰਦੇ ਨਾ, ਮੋੜਨਾ ਨਹੀਂ ਚਾਹੀਦਾ। ਪਤਾ ਨਹੀਂ ਹੁੰਦਾ ਮਾਲਕ ਕਿਹੜੇ ਪਰਖ ਵਿੱਚ ਕਿਹੜੀ ਪ੍ਰੀਖਿਆ ਲੈ ਰਿਹਾ ਹੁੰਦਾ ਹੈ। ਕਈ ਵਾਰੀ ਮਾਲਕ ਸੱਚੇ ਪਾਤਸ਼ਾਹ ਸਾਡੇ ਕੋਲੋਂ ਏਡੀ ਇਹੋ ਜਿਹੀ ਭੇਟਾ ਵੀ ਲੈ ਲੈਂਦੇ ਮੰਗ ਕੇ, ਜਿਹੜੀਆਂ ਜਿਹਦੇ ਬਦਲੇ ਬਾਅਦ 'ਚ ਦਾਤਾਂ ਵੱਡੀਆਂ ਮਿਲਦੀਆਂ ਹੁੰਦੀਆਂ। ਤੇ ਇਦਾਂ ਹੀ ਉਹਨੇ ਸਿੱਖ ਨੇ ਕੀਤਾ। ਕਹਿੰਦਾ ਮਹਾਰਾਜ ਮੈਂ ਨਾ ਸਿੱਖ ਦੇ ਘਰ ਦੇ ਹਾਲਾਤ ਵੇਖੇ, ਕਿਉਂਕਿ ਮੈਨੂੰ ਪਤਾ ਹੀ ਨਾ ਵੀ ਜਿੰਨਾ ਸਿੱਖਾਂ ਨੇ ਕੁਛ ਵੀ ਗੁਰੂ ਘਰ ਦੇ ਵਾਸਤੇ ਭੇਟਾ ਕੀਤਾ ਨਾ, ਉਹਨਾਂ ਦੇ ਘਰਾਂ ਦੀ ਗਰੀਬੀ ਨਿਕਲੀ ਆ। ਉਹਨਾਂ ਦੇ ਘਰ 'ਚ ਕੋਈ ਨਾ ਕੋਈ ਗੁਰੂ ਸਾਹਿਬ ਦੀ ਤੁਹਾਡੀ ਬਰਕਤ ਵਰਤੀ ਆ, ਮੈਨੂੰ ਪਤਾ ਏ। ਮੈਂ ਉਹਨਾਂ ਘਰਾਂ ਵਿੱਚੋਂ ਵਿਚਰਦਾ ਸੀ, ਵੇਖਦਾ ਸੀ, ਮੈਂ ਉਹਨਾਂ ਦੇ ਘਰਾਂ ਦੀ ਗਰੀਬੀ ਨਿਕਲੀ ਵੇਖੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸ ਰਿਹਾ ਸੀ ਤੇ ਮੈਂ ਸਤਿਗੁਰੂ ਸਾਹਿਬ ਉਹ ਸਿੱਖ ਦੇ ਘਰ ਦੀ ਗਰੀਬੀ ਵੇਖੀ। ਮੈਂ ਸੋਚਦਾ ਸੀ ਵੀ ਸਿੱਖ ਦੇ ਘਰ ਦਾ ਦਸਵੰਧ ਥੋੜਾ ਭਾਵੇਂ ਕੁਛ ਵੀ ਹੋਵੇ, ਇੱਕ ਕਿਣਕਾ ਵੀ ਮਾਤਰ ਹੋਵੇ ਨਾ, ਦਸਵੰਧ 'ਚ ਪੈਣਾ ਚਾਹੀਦਾ ਤਾਂ ਕਿ ਇਹਦੀ ਗਰੀਬੀ ਨਿਕਲ ਜਾਏ। ਹੁਣ ਸਿੱਖ ਕਹਿੰਦਾ ਮਹਾਰਾਜ ਮੇਰੀ ਤੇ ਭਾਵਨਾ ਇਹ ਸੀ
ਵੀ ਮੈਂ ਸਿੱਖ ਦੇ ਘਰ ਦੀ ਗਰੀਬੀ ਵੇਖ ਕੇ ਉਹਦੇ ਘਰ ਦਾ ਕੁਛ ਨਾ ਕੁਝ ਅਨਾਜ ਦਾਣਾ ਸਿੱਖ ਸੰਗਤਾਂ ਤੇ ਗੁਰੂ ਸਾਹਿਬ ਦੇ ਹਿੱਤ ਵਾਸਤੇ ਕੱਢਣਾ ਚਾਹੁੰਦਾ ਸਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਜਦੋਂ ਮਹਾਰਾਜ ਮੈਂ ਉਹਨੂੰ ਕਿਹਾ ਨਾ ਵੀ ਕੁਛ ਨਾ ਕੁਛ ਤਾਂ ਜ਼ਰੂਰ ਭੇਟਾ ਕਰੋ, ਜੋ ਦੇਵੈ ਸੋ ਮੈਂ ਲੈ ਜਾਓ। ਕਹਿੰਦੇ ਮੈਂ ਉਹਨੂੰ ਆਖਿਆ ਜੋ ਵੀ ਤੁਸੀਂ ਦੇ ਦੋਗੇ ਨਾ ਭੇਟਾ ਕਰੋਗੇ ਮੈਂ ਉਹ ਕੁਝ ਹੀ ਲੈ ਜਾਊਂਗਾ। ਸਤਿਗੁਰ ਪਾਸ ਦੇ ਪਹੁੰਚਾਓ, ਤੇ ਤੁਹਾਡੀ ਭੇਟਾ ਮੈਂ ਗੁਰੂ ਸਾਹਿਬ ਜੀ ਦੇ ਪਾਸ ਜ਼ਰੂਰ ਪਹੁੰਚਾਊਂਗਾ। ਨਿਰਧਨ ਸਿੱਖ ਗਰੀਬ ਕੋ ਧਾਮ। ਮਹਾਰਾਜ ਉਹ ਸਿੱਖ ਦਾ ਨਾ ਘਰ ਬੜਾ ਗਰੀਬ ਸੀ, ਬੜੀ ਗਰੀਬੀ ਸੀ ਉਸ ਸਿੱਖ ਦੇ ਘਰ। ਮੈਂ ਦੇਖੀ ਵੀ ਵਿਚਾਰੇ ਦੇ ਘਰ ਸ਼ਾਇਦ ਹੀ ਕਦੇ ਰੋਟੀ ਬਣਦੀ ਹੋਊਗੀ। ਮੈਂ ਜਿਹੋ ਜਿਹੇ ਹਾਲਾਤ ਵੇਖੇ ਸਨ। ਕਾਲ ਨਿਭਾਹਤ ਕਰ ਪਰ ਕਾਮ। ਤੇ ਮਹਾਰਾਜ ਕਾਲ ਨਿਭਾਹਤ ਪਰ ਕਰਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਇੰਜ ਲੱਗਦਾ ਹੈ ਵੀ ਉਹਨਾਂ ਦੇ ਘਰ ਵਿੱਚ ਨਾ ਕੰਮਕਾਰ ਦੀ ਕਮੀ ਆ। ਮਸਾਂ ਕਿਤੇ ਝੱਟ ਲੰਘਦਾ ਹੋਊਗਾ। ਕੋਈ ਹੈ ਵੀ ਸ਼ਾਇਦ ਉਹਨਾਂ ਦੇ ਘਰ ਦੇ ਵਿੱਚ ਕੋਈ ਰੋਟੀ ਖਾਂਦਾ ਹੋਊਗਾ। ਜਿੰਨੀ ਮੈਂ ਹਾਲਾਤ ਮਾੜੀ ਦੇਖੀ ਹੈ। ਭਈ ਸੋ ਕੋਪ ਸੁਨੇ ਬਚ ਮੇਰੇ। ਮਹਾਰਾਜ ਉਹ ਮੇਰੀ ਭਾਵਨਾ ਨਹੀਂ ਸਮਝ ਸਕੀ। ਮੈਂ ਉਹਨਾਂ ਦੇ ਘਰ ਦਾ ਕੁਝ ਤਿਲ ਫੁੱਲ ਭੇਟਾ ਕਰਨਾ ਚਾਹੁੰਦਾ ਸਾਂ। ਉਹਨੂੰ ਲੱਗਾ ਵੀ ਸ਼ਾਇਦ ਇਹ ਜਿੱਦ ਕਰਦਾ ਪਿਆ, ਜਾਣ ਕੇ ਮੇਰੇ ਕੋਲੋਂ ਕੁਛ ਨਾ ਕੁਛ ਮੰਗਣ ਦੀ ਗੱਲ ਕਰਦਾ ਪਿਆ। ਮਹਾਰਾਜ ਉਹ ਆਪਣੀ ਜਗ੍ਹਾ ਸੱਚੀ ਸੀ। ਉਹ ਸੱਚੀ ਤਾਂ ਸੀ ਕਿਉਂਕਿ ਘਰ 'ਚ ਗਰੀਬੀ ਬੜੀ ਸੀ। ਮਹਾਰਾਜ ਗਰੀਬ ਸੀ ਵਿਚਾਰੀ, ਨਹੀਂ ਸੀ ਕੁਝ ਦੇ ਸਕਦੀ ਤੇ ਉਹਨੂੰ ਗੁੱਸਾ ਆ ਗਿਆ ਮੇਰੇ ਤੇ। ਐਸੇ ਕਹਿਣ ਲੱਗੀ ਤਿਸ ਬੇਰੇ। ਕਹਿਣ ਲੱਗੀ ਵੀ ਮੈਂ ਹੁਣ ਦੱਸ ਤੈਨੂੰ ਕੀ ਕਹਿ ਸਕਦੀ ਆ ਵੀ ਤੂੰ ਜਦੋਂ ਜਿੱਦ ਕਰਕੇ ਇਦਾਂ ਕਹਿ ਰਿਹਾ ਹੈ। ਜੇ ਕਰ ਸ਼ੂਸ਼ਾ ਗਮਨਤ ਨਾਹੇ। ਉਹ ਕਹਿੰਦੀ ਹੈ ਵੀ ਤੂੰ ਜਿੱਦ ਕਰਕੇ ਮੰਗੀ ਜਾ ਰਿਹਾ ਤੇ ਜੇ ਹੁਣ ਤੂੰ ਸੱਚੀ ਖਾਲੀ ਹੱਥ ਨਹੀਂ ਜਾਣਾ ਤੇ ਫਿਰ ਕੂੜਾ ਪਰਿਓ ਅਜਰ ਲੈ ਜਾਹੇ। ਮਹਾਰਾਜ ਉਹਨੇ ਪਤਾ ਕੀ ਕੀਤਾ, ਜਿਹੜਾ ਝਾੜੂ ਨਾਲ ਘਰ ਦਾ ਕੂੜਾ ਹੁੰਜਦੀ ਪਈ ਸੀ ਨਾ, ਜਿੱਥੇ ਕੂੜਾ ਇਕੱਠਾ ਕੀਤਾ ਸੀ ਨਾ ਉਹਨੇ ਸਾਰਾ ਹੀ ਉਹ ਕੂੜਾ ਇਕੱਠਾ ਕਰ ਲਿਆ। ਅਪਰ ਕਹਾ ਦੇਵੋ ਤੁਮ ਹਾਥ। ਤੇ ਮਹਾਰਾਜ ਜਿਹੜਾ ਕੂੜਾ ਪਿਆ ਨਾ ਉਹਨੇ ਸਾਰਾ ਇਕੱਠਾ ਬੁੱਕ ਵਿੱਚ ਕਰ ਲਿਆ ਹੈ। ਲਿਆਏ ਕਮਾਏ ਨਾ ਘਰ ਕੋ ਨਾਥ। ਤੇ ਕਹਿੰਦੀ ਸਾਡੇ ਘਰ ਤੇ ਇਹੋ ਕੁਝ ਰਹਿ ਗਿਆ। ਪਤੀ ਆ ਉਹਨੂੰ ਵਿਚਾਰੇ ਨੂੰ ਕਦੇ ਕਦੇ ਕੋਈ ਕੰਮ ਮਿਲਦਾ ਤੇ ਕਦੇ ਉਹ ਵੀ ਨਹੀਂ ਮਿਲਦਾ। ਜਿੱਦਣ ਮਿਲਦਾ ਉਦਣ ਰੋਟੀ ਖਾ ਲੈਂਦੇ ਆ, ਜਿੱਦਣ ਨਹੀਂ ਮਿਲਦਾ ਉਦਣ ਫਾਕਾ ਕੱਟ ਲੈਂਦੇ, ਭੁੱਖ ਕੱਟ ਲੈਂਦੇ ਆ, ਪਾਣੀ ਪੀ ਕੇ ਸੌਂ ਜਾਂਦੇ ਆ। ਸਾਡੀ ਤੇ ਆਹ ਹਾਲਤ ਹੈ। ਸਾਡੇ ਘਰ 'ਚ ਤਾਂ ਸਿਰਫ ਇੰਨਾ ਕੁ ਕੂੜਾ ਹੀ ਹੈ, ਹੋਰ ਤਾਂ ਕੁਝ ਨਹੀਂ ਹੈਗਾ। ਮੈਂ ਸੁਨ ਬਿਨੈ ਕੀਨ ਤਬ ਇਹੋ। ਮਹਾਰਾਜ ਸੱਚੇ ਪਾਤਸ਼ਾਹ ਮੈਂ ਨਾ ਸੁਣ ਕੇ ਉਹਨੂੰ ਬੇਨਤੀ ਇਹ ਕੀਤੀ, ਹਿਰਦੇ ਭਾਵਨਾ ਸੋ ਤੁਮ ਦੇਹੋ। ਮੈਂ ਉਹਨੂੰ ਕਹਿ ਦਿੱਤਾ ਵੀ ਜੇ ਤੂੰ ਭਾਵਨਾ ਦੇ ਨਾਲ ਕੂੜਾ ਵੀ ਦੇ ਰਹੀ ਹੈ ਨਾ ਤੇ ਮਾਲਕ ਤੇਰੀ ਇਸ ਭਾਵਨਾ ਨੂੰ ਫਲ ਲਾਵੇ। ਮਹਾਰਾਜ ਉਹਨੇ ਭਾਵੇਂ ਪਹਿਲਾਂ ਉਹਨੂੰ ਲੱਗਾ ਵੀ ਮੈਂ ਗੁੱਸੇ 'ਚ ਬੋਲ ਰਿਹਾ ਵਾਂ, ਜਾਂ ਉਹਨੂੰ ਲੱਗਾ ਵੀ ਉਹ ਗੁੱਸੇ 'ਚ ਬੋਲ ਰਹੀ, ਪਰ ਜਦੋਂ ਮੈਂ ਕੂੜਾ ਲੈਣ ਵਾਸਤੇ ਵੀ ਤਿਆਰ ਹੋ ਗਿਆ ਨਾ, ਮਹਾਰਾਜ ਦਾ ਗੁੱਸਾ ਠੰਡਾ ਹੋ ਗਿਆ। ਫਿਰ ਉਹਦਾ ਮਨ ਭਰ ਆਇਆ। ਉਹ ਮਨ ਭਰ ਕੇ ਕਹਿੰਦੀ ਆ ਵੀ ਸਾਡੇ ਘਰ ਕਮਾਈ ਹੈ ਨਹੀਂ ਆ, ਸਾਡੇ ਘਰ ਸੱਚੀ ਕੁਝ ਖਾਣ ਨੂੰ ਹੈ ਨਹੀਂ। ਇਹੀ ਸਾਡੇ ਕੋਲ ਹੈ ਇਸ ਵੇਲੇ। ਮੇਰੇ ਘਰ ਸਿਰਫ ਕੂੜੇ ਤੋਂ ਸਿਵਾਏ ਕੁਛ ਨਹੀਂ ਗਾ। ਤੇ ਮਹਾਰਾਜ ਮੈਂ ਉਸ ਸਿੱਖਣੀ ਦੀਆਂ ਅੱਖਾਂ 'ਚੋਂ ਹੰਝੂ ਵੇਖੇ। ਮਹਾਰਾਜ ਇੰਨੀ ਗਰੀਬੀ, ਇੰਨੀ ਦਸ਼ਾ, ਭੇਟਾ ਕਰਨ ਦੀ ਭਾਵਨਾ ਉਹਨਾਂ ਕੋਲ ਹੈਗੀ ਆ ਪਰ ਭੇਟਾ ਕਰਨ ਨੂੰ ਕੁਝ ਹੈ ਨਹੀਂ ਗਾ। ਮਹਾਰਾਜ ਇੱਕ ਤੇ ਸਿੱਖ ਉਹ ਹੁੰਦੇ ਆ ਨਾ ਜਿਨ੍ਹਾਂ ਕੋਲ ਹੁੰਦਾ ਸਭ ਕੁਝ ਆ ਪਰ ਭੇਟਾ ਕਰਨ ਨੂੰ ਜੀ ਨਹੀਂ ਕਰਦਾ।
ਇੱਕ ਉਹ ਆ ਵੀ ਜਿਨ੍ਹਾਂ ਕੋਲ ਹਿਰਦਾ ਹੈਗਾ ਭੇਟਾ ਕਰਨ ਨੂੰ, ਪਰ ਕੁਝ ਕੋਲ ਹੈ ਨਹੀਂਗਾ ਦਾਨ ਕਰਨ ਨੂੰ, ਭੇਟਾ ਕਰਨ ਨੂੰ ਹੈ ਨਹੀਂ ਹੈ। ਮਹਾਰਾਜ ਜਦੋਂ ਸਿੱਖਣੀ ਦੀਆਂ ਅੱਖਾਂ ਭਰੀਆਂ, ਮੈਂ ਹੰਝੂਆਂ ਨਾ ਵੇਖੀਆਂ ਨਾ, ਬੁੱਕ ਭਰੀ ਦੀਆਂ, ਮਹਾਰਾਜ ਮੈਨੂੰ ਤਰਸ ਆਇਆ, ਮੈਨੂੰ ਦਇਆ ਆਈ, ਤੇ ਮੈਂ ਖੜਿਆਂ ਖੜਿਆਂ ਅਰਦਾਸ ਕੀਤੀ ਆ ਵੀ ਮਹਾਰਾਜ ਤੇਰੀ ਇਸ ਭਾਵਨਾ ਨੂੰ ਵੀ ਫਲ ਲਾਵੇ। ਭਰ ਅੰਜੁਲ ਰਿਸ ਤੇ ਔਰ ਪੂਰਾ, ਤੇ ਮੈਂ ਉਸ ਦੇ ਕੋਲੋਂ ਬੁੱਕ ਭਰ ਕੇ ਜਿਹੜਾ ਕੂੜਾ ਹੈ, ਮਮ ਅੰਚਲ ਸੰਗ ਬੰਦਿਓ ਕੂੜਾ, ਤੇ ਮੈਂ ਉਹੀ ਕੂੜਾ ਲੈ ਕੇ ਇੱਕ ਕੱਪੜੇ ਵਿੱਚ ਗੱਠ ਬੰਨ ਲਈ ਉਸ ਕੂੜੇ ਦੀ। ਸੋ ਮੈਂ ਤਿਸੀ ਰੀਤ ਤੇ ਲੈ ਆਇਓ, ਮੈਂ ਉਹ ਕੂੜਾ ਲੈ ਕੇ ਘਰੇ ਆ ਗਿਆ। ਸਾਰੀ ਸੰਗਤ ਦੀ ਕਾਰ ਭੇਟਾ, ਕਿਸੇ ਨੇ ਜੋ ਜੋ ਭੇਟਾ ਕਰਨਾ ਸੀ ਉਹ ਦਿੱਤਾ ਏ। ਤੇ ਮਹਾਰਾਜ ਸਾਹਿਬ ਉਸ ਗਰੀਬ ਨਿਮਾਣੇ ਸਿੱਖ ਦੇ ਘਰ ਦਾ ਮੈਂ ਕੂੜਾ ਲਿਆਂਦਾ ਤੇ ਲੈ ਕਰਕੇ ਇੱਥੇ ਪਹੁੰਚਿਆ। ਗ੍ਰਹਿ ਮੈਂ ਖੋਲਿਓ ਅਵਨ ਗਿਰਾਇਓ, ਤੇ ਜਦੋਂ ਮੈਂ ਲਿਆ ਕੇ ਨਾ ਆਪਣਾ ਉਹਦਾ ਜਿਹੜਾ ਕੂੜਾ ਸੀਗਾ ਉਹਨੂੰ ਗੰਢ ਤੋਂ ਖੋਲਿਆ ਹੈ, ਤਿਸ ਮਹਿ ਏਕ ਪਰੀ ਹੈ ਫੇਰੀ। ਮਹਾਰਾਜ ਮੈਂ ਨਾ ਉਸ ਕੂੜੇ ਦੇ ਵਿੱਚ ਇੱਕ ਬੀਜ ਦੇਖਿਆ। ਬੀਜ, ਉਹ ਬੀਜ ਸੀਗਾ ਬਦਰੀ ਫਲ ਕੀ ਗਿਟਕ ਬਡੇਰੀ, ਕਿ ਉਹ ਬੀਜ ਸੀ ਬੇਰੀ ਦੀ ਗਿਟਕ। ਕਿਤੇ ਮਹਾਰਾਜ ਉਸ ਸਿੱਖਣੀ ਦੇ ਘਰ ਦਾ ਕੂੜੇ ਨੂੰ ਛਾਣਿਆ, ਸਾਫ਼ ਕੀਤਾ, ਇੱਕ ਬੇਰੀ ਦੀ ਗਿਟਕ ਮਹਾਰਾਜ ਮੈਨੂੰ ਮਿਲੀ ਹੈ। ਸੋ ਮੈਂ ਇਹਾਂ ਬੋਏ ਕਰ ਦੀਨ, ਤੇ ਮੈਂ ਨਾ ਆਪਣੇ ਘਰ ਦੇ ਵਿਹੜੇ 'ਚ ਖਾਲੀ ਜਗ੍ਹਾ ਦੇਖ ਕੇ ਪਾਸੇ ਜਿਹੇ ਹੋ ਕੇ ਉਸ ਬੇਰੀ ਦੀ ਗਿਟਕ ਨੂੰ ਬੀਜ ਦਿੱਤਾ ਸੀਗਾ। ਤਿਸ ਤੇ ਬਦਰੀ ਕੋ ਤਰ ਚੀਨ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਘਰ 'ਚ ਲੱਗੀ ਹੋਈ ਉੱਗੀ ਹੋਈ ਬੇਰੀ ਵਿਖਾ ਕੇ ਕਹਿੰਦਾ, ਮਹਾਰਾਜ ਇਹ ਉਹ ਬੇਰੀ ਆ ਜਿਸ ਦੀ ਮੈਂ ਗਿਟਕ ਬੀਜੀ ਸੀ, ਜਿਹੜੀ ਸਿੱਖਣੀ ਦੇ ਘਰੋਂ, ਸਿੱਖ ਦੇ ਘਰੋਂ ਗਿਟਕ ਲਿਆਇਆ ਸਾਂ। ਤੁਮ ਅੰਤਰਜਾਮੀ ਸਭ ਜਾਨੀ, ਮਹਾਰਾਜ ਤੁਸੀਂ ਤੇ ਸਭ ਕੁਝ ਅੰਤਰਜਾਮੀ ਹੋ, ਆਪ ਤੇ ਹਿਰਦੇ ਦੀ ਜਾਣਨਹਾਰ ਹੋ। ਕਾਰ ਆਪ ਕੀ ਇਹ ਨਿਸ਼ਾਨੀ, ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਾਰ ਭੇਟਾ ਉਹ ਇਹੀ ਹੈ ਇਸ ਵੇਲੇ, ਬਾਕੀ ਤੇ ਸਭ ਕੁਝ ਆ ਗਿਆ ਹੈ। ਮਹਾਰਾਜ ਇਸ ਸਿੱਖ ਦੇ ਘਰ ਦੀ ਕਾਰ ਭੇਟਾ ਆ ਬੇਰੀ ਹੈ, ਇਹਦੇ ਲੱਗੇ ਹੋਏ ਬੇਰ ਇਹੀ ਕਾਰ ਭੇਟਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਕੋਲੋਂ ਮਹਾਰਾਜ ਨੇ ਬਚਨ ਕੀਤਾ, ਲੀਜੈ ਸੋ ਸਿੱਖ ਕਰੋ ਸਹਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਹੁਣ ਤੁਸੀਂ ਇੰਜ ਕਰੋ, ਫਿਰ ਇਸ ਬੇਰੀ ਦੇ ਬੇਰ ਛਕ ਲਓ ਤੇ ਸਿੱਖ ਦੀ ਇਹ ਭੇਟਾ ਪ੍ਰਵਾਨ ਕਰ ਲਓ। ਮਹਾਰਾਜ ਤੁਸੀਂ ਸਿੱਖ ਦੇ ਜ਼ਰੂਰ ਸਹਾਈ ਹੋਵੋ। ਅੰਸ਼ ਗੁਰੂ ਇਹੋ ਤਰ ਨਿਪਜਾਏ, ਮਹਾਰਾਜ ਤਾਂ ਕਿ ਸਿੱਖ ਦਾ ਭਲਾ ਹੋ ਜਾਏ, ਉਹਦੇ ਘਰ ਦੀ ਗਰੀਬੀ ਮੁਕਾ ਦਿਓ। ਮਹਾਰਾਜ ਮੇਰੀ ਬੇਨਤੀ ਆ, ਸਤਿਗੁਰੂ ਦਾ ਸਿੱਖ ਹੋਵੇ ਤੇ ਇਦਾਂ ਦਾ ਹੋਵੇ ਭਾਈ, ਜਿਹੜਾ ਹਰ ਵੇਲੇ ਕਿਸੇ ਦਾ ਭਲਾ ਸੋਚਦਾ ਹੋਵੇ ਤੇ ਸੱਚ ਕਰਕੇ ਜਿਹੜਾ ਕਿਸੇ ਦਾ ਭਲਾ ਚਿਤ ਵਧਾ ਰਹਿੰਦਾ ਨਾ, ਉਹਦਾ ਭਲਾ ਹੁੰਦਾ ਹੀ ਰਹਿਣਾ। ਇੱਕ ਭਲਾ ਮੰਗਣ ਨਾਲ ਤੇ ਭਲਾ ਕਰਨ ਵਿੱਚ ਬੜਾ ਫਰਕ ਜੇ। ਕਈ ਵਾਰੀ ਇਦਾਂ ਵੀ ਹੁੰਦਾ, ਇਹੋ ਜਿਹੇ ਮਨੁੱਖ ਵੀ ਹੈਗੇ ਆ, ਸਵੇਰੇ ਰੋਜ਼ ਨਾ ਸਵੇਰ ਦੀ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗ ਲੈਣਾ ਤੇ ਪੂਰਾ ਦਿਨ ਠੱਗੀਆਂ ਮਾਰੀ ਜਾਣੀਆਂ, ਤੇ ਸਰਬੱਤ ਦਾ ਭਲਾ ਸ਼ਾਮ ਨੂੰ ਫੇਰ ਮੰਗ ਲੈਣਾ। ਮੰਗਣ ਵਿੱਚ ਤੇ ਕਰਨ 'ਚ ਫਰਕ ਹੈ। ਭਲਾ ਉਹਨਾਂ ਦਾ ਵੀ ਹੋਣਾ ਜਿਨ੍ਹਾਂ ਮੰਗਿਆ ਵੀ ਹੈ, ਨਾਲ ਕੀਤਾ ਵੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਸਿੱਖ ਦੀ ਜਾਂ ਚਾਚੇ ਫਗੋ ਦੀ ਭਾਵਨਾ ਦੇਖੀ ਵੀ ਇਹਨੇ ਉਹ ਸਿੱਖ ਦੀ ਘਰ ਦੀ ਬੇਰੀ ਦਾ ਇੱਕ ਗਿਟਕ ਨੂੰ ਲਿਆ ਕੇ ਬੀਜਿਆ ਏ, ਸੁੱਟਿਆ ਨਹੀਂ ਇਹਨੇ ਵੀ ਚਲੋ ਮਹਾਰਾਜ ਕਿਸੇ ਵੇਲੇ ਕੋਈ ਭਲਾ ਹੀ ਹੋ ਜਾਂਦਾ,
ਬੀ ਵੀ ਲਿਆ ਕੇ ਬੀਜ ਦਿੱਤਾ ਤੇ ਉਸ ਬੇਰੀ ਦੇ ਬੇਰ ਮਹਾਰਾਜ ਸਾਹਿਬ ਨੂੰ ਭੇਟਾ ਕੀਤੇ। ਗਨ ਸਿੱਖਨ ਮਹਿ ਸੁਨਤ ਪ੍ਰਸੰਨੇ। ਸਾਰੇ ਸਿੱਖਾਂ ਨੇ ਇਹ ਪ੍ਰਸੰਗ ਸੁਣਿਆ, ਇਹ ਕਥਾ ਸੁਣੀ ਸੀਗੀ। ਕਹਿਓ ਗੁਰੂ ਸਿੱਖ ਤੂੰ ਧਨ ਤੰਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਚੇ ਫੱਗੋ ਨੂੰ, ਕਹਿੰਦੇ ਸਿੱਖਾ ਤੂੰ ਧਨ ਹੈ ਭਾਈ, ਤੂੰ ਧਨ ਹੈ ਗੁਰਸਿੱਖਾ, ਜਿਨੇ ਏਡੀ ਘਾਲਣਾ ਕੀਤੀ, ਇੰਨੀ ਕਮਾਈ ਕੀਤੀ ਹੈ। ਗੁਰਮੁਖ ਪਰਸਰਵਾਰਥ ਕੋ ਕਰਤਾ। ਮਹਾਰਾਜ ਕਹਿੰਦੇ ਗੁਰਮੁਖ ਨਾ ਇਦਾਂ ਦਾ ਹੋਵੇ, ਪਰ ਸਵਾਰਥ ਕੋ ਕਰਤਾ। ਪਰ ਸਵਾਰਥ ਦਾ ਅਰਥ ਹੈ ਪਰਾਏ ਦਾ ਭਲਾ ਕਰਨਾ, ਦੂਜੇ ਦਾ ਭਲਾ ਕਰਨਾ। ਆਪ ਭਲਾ ਸਭ ਜਗ ਭਲਾ, ਸਭ ਕੋ ਭਲਾ ਭਲੇ ਦੇ ਲੇਖ। ਐਸੀ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ। ਗੁਰਮੁਖ ਪਰ ਸੁਵਾਰਥ ਕੋ ਕਰਤਾ। ਗੁਰਮੁਖ ਇਦਾਂ ਦਾ ਹੀ ਹੁੰਦਾ ਏ ਤੇ ਹੋਣਾ ਵੀ ਇਵੇਂ ਦਾ ਚਾਹੀਦਾ ਜਿਹੜਾ ਦੂਜੇ ਦਾ ਵੀ ਭਲਾ ਕਰੇ। ਹ੍ਰਿਦੈ ਲੋਭ ਅਹੰਕਾਰ ਨਾ ਤਰਤਾ। ਜਿਹੜਾ ਮਾਸਾ ਜਿੰਨਾ ਹੰਕਾਰ ਨਾ ਕਰੇ, ਜਿਹਦੇ ਹਿਰਦੇ 'ਚ ਹੰਕਾਰ ਨਾ ਹੋਵੇ। ਗੁਰ ਕਾਰਜ ਕੋ ਕਰਤ ਆਰੰਭ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰੂ ਸਾਹਿਬ ਦਾ ਕਾਰਜ ਕਰੀ ਜਾਂਦਾ ਰਿਹਾ, ਪ੍ਰਸੰਨ ਹੋ ਕੇ ਗੁਰੂ ਦਾ ਤੂੰ ਕਾਰਜ ਕੀਤਾ ਹੈ। ਸਿੱਖੀ ਥੰਬਨ ਕੇ ਤੁਮ ਥੰਬ। ਮਹਾਰਾਜ ਸਾਹਿਬ ਨੇ ਸਿੱਖ ਨੂੰ ਕਿਹਾ ਤੂੰ ਸਿੱਖੀ ਦੇ ਥੰਮਾਂ ਵਿੱਚੋਂ ਥੰਮ ਹੈ, ਭਾਵ ਤੂੰ ਸਹਾਰਾ ਦੇਣ ਵਾਲਿਆਂ ਚੋਂ ਹੈ। ਇਦਾਂ ਮਹਾਰਾਜ ਬਖਸ਼ਿਸ਼ ਕਰਦੇ ਨੇ। ਭਵ ਸਾਗਰ ਤੇ ਉਤਰੈ ਪਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਭਵ ਸਾਗਰ ਤੋਂ ਪਾਰ ਹੋਏਂਗਾ। ਇਹਦਾ ਮਤਲਬ ਜਿਹੜਾ ਕੋਈ ਸਿੱਖ ਦਾ ਭਲਾ ਕਰਦਾ ਨਾ, ਉਹਦਾ ਭਵ ਸਾਗਰ ਤੋਂ ਬੇੜਾ ਪਾਰ ਹੁੰਦਾ ਜੇ। ਤੇ ਜਿਹੜਾ ਸਿੱਖ ਦਾ ਬੁਰਾ ਕਰਦਾ ਤੇ ਫਿਰ ਡੁੱਬਦਾ ਵੀ ਹੈ। ਤੇ ਜੇ ਸਿੱਖ ਦਾ ਭਲਾ ਕਰਕੇ, ਮਹਾਰਾਜ ਕਹਿੰਦੇ ਨੇ ਜੇ ਸਿੱਖ ਦਾ ਭਲਾ ਕਰ ਰਿਹਾ ਹੈ ਤੇ ਉਹਦਾ ਬੇੜਾ ਭਵ ਸਾਗਰ ਤੋਂ ਪਾਰ ਜ਼ਰੂਰ ਹੋਏਗਾ। ਤੇ ਜਿਹੜਾ ਉਹਦਾ ਮਤਲਬ ਸਪਸ਼ਟ ਹੀ ਆ, ਫਿਰ ਜਿਹੜਾ ਬੁਰਾ ਕਰ ਰਿਹਾ ਫਿਰ ਡੁੱਬੇਗਾ ਵੀ। ਕਿਸੇ ਦਾ ਮਾੜਾ ਕਰ ਰਿਹਾ, ਜਿਹੜਾ ਕਿਸੇ ਦਾ ਬੁਰਾ ਕਰ ਰਿਹਾ, ਵੀ ਕਿਸੇ ਨਾਲ ਬੁਰਾ ਕਮਾ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲਾ ਨਹੀਂ ਹੋਊ ਉਹਦਾ ਵੀ। ਪਰ ਇਹ ਗੱਲ ਸੱਚ ਜੇ ਭਵ ਸਾਗਰ ਤੇ ਉਤਰੇ ਪਾਰ, ਉਹ ਭਵ ਸਾਗਰ ਤੋਂ ਪਾਰ ਹੋਏ ਨੇ। ਅਪਰ ਅਨੇਕਨ ਕਰਹੁ ਉਦਾਰ। ਆਪ ਵੀ ਉਹਨਾਂ ਦਾ ਭਲਾ ਹੋਣਾ ਤੇ ਹੋਰਨਾਂ ਦਾ ਵੀ ਕਈਆਂ ਦਾ ਉਧਾਰ ਹੁੰਦਾ ਹੈ। ਤੁਬ ਗਤ ਚਾਹਤ ਹੋਤੇ ਬਿਦਤਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਤੇਰੇ ਅੰਦਰ ਦੀ ਅਵਸਥਾ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ। ਮਤਲਬ ਜੋ ਤੇਰੇ ਅੰਦਰ ਆ ਨਾ, ਉਹ ਸਾਰੇ ਸਿੱਖਾਂ ਨੂੰ ਦੱਸਣਾ ਚਾਹੁੰਦੇ ਹਾਂ। ਗਨ ਸਿੱਖਨ ਮਹਿ ਅਬਹਿ ਸੁਨਾਈ। ਤੇ ਮਹਾਰਾਜ ਸਾਹਿਬ ਨੇ ਸਾਰੇ ਸਿੱਖਾਂ ਨੂੰ ਕਹਿ ਕੇ ਸੁਣਾਇਆ। ਗੁਣ ਗਨ ਆਪਣੇ ਪਰ ਕੇ ਦੋਸ਼। ਜਿਹੜੇ ਆਪਣੇ ਅਨੇਕਾਂ ਗੁਣ ਤੇ ਪਰਾਇਆਂ ਦੇ ਔਗਣ ਜਿਹੜੇ ਵੇਖਦੇ ਹੋਵਣ। ਚਾਹਤ ਛਪਾਏ ਯੁਤ ਸੰਤੋਸ਼। ਇੰਜ ਕਹਿ ਲਈਏ ਗੁਣ ਗਨ ਆਪਣੇ ਪਰ ਕੇ ਦੋਸ਼। ਜਿਹੜਾ ਆਪਣੇ ਗੁਣ ਛਪਾਵੇ ਤੇ ਦੂਜੇ ਦੇ ਔਗਣ ਛਪਾਵੇ, ਇਹ ਬੜਾ ਵੱਡਾ ਗੁਣ ਜੇ। ਆਪਣੇ ਗੁਣ ਲੁਕਾ ਕੇ ਰੱਖਣੇ ਤੇ ਦੂਜੇ ਦੇ ਔਗਣ ਛੁਪਾ ਕੇ ਰੱਖਣੇ, ਬੜਾ ਵੱਡਾ ਸਬਰ ਵਾਲੀ ਗੱਲ ਆ। ਬੰਦੇ 'ਚ ਮਾੜਾ ਮੋਟਾ ਗੁਣ ਆ ਜੇ ਨਾ ਕਿਸੇ ਪ੍ਰਕਾਰ ਦਾ ਵੀ, ਤੇ ਬੰਦਾ ਰੱਬ ਨੂੰ ਢੱਬ ਕਹਿਣ ਲੱਗ ਜਾਂਦਾ। ਬੰਦਾ ਕਹਿੰਦਾ ਮੇਰੇ ਵਰਗਾ ਹੈ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਇਦਾਂ ਦਾ ਹੋਵੇ ਜਿਹਦੇ 'ਚ ਆਪਣਾ ਗੁਣ ਵਾਵਾ ਵੱਡਾ ਹੋਵੇ, ਪਰ ਆਖੇ ਹੈ ਨਹੀਂ ਮੇਰੇ ਪੱਲੇ ਕੱਖ ਨਹੀਂ ਹੈਗਾ। ਤੇ ਜੇ ਦੂਜੇ ਦੀ ਕੋਈ ਔਗਣਤਾਈ, ਕਿਸੇ ਦੀ ਕੋਈ ਗਲਤੀ ਵੇਖ ਲਈ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਸਹੀ ਸਿੱਖ ਭਲੇ ਮਮ ਪਿਆਰੇ। ਕਹਿੰਦੇ ਉਹ ਸਹੀ ਸਿੱਖ ਭਲੇ ਮਮ ਪਿਆਰੇ। ਉਹ ਸਿੱਖ ਮੈਨੂੰ ਬੜੇ ਪਿਆਰੇ ਲੱਗਦੇ ਨੇ ਜਿਹੜੇ ਦੂਜੇ ਦਾ ਔਗਣ ਵੇਖ ਕੇ ਤੇ ਉਹਦੇ ਔਗਣ ਨੂੰ ਇਗਨੋਰ ਕਰ ਦਿੰਦੇ ਹੋਣ, ਵੀ ਛੱਡ ਦਿੰਦੇ ਹੋਣ। ਇੱਕ ਦੋ ਉਦਾਹਰਨਾਂ ਦਿਆਂ ਮੈਂ।
ਦੂਸਰੇ ਦਾ ਔਗਣ ਵੇਖ ਕੇ ਛੱਡ ਦੇਣਾ। ਅਰਦਾਸ ਦੇ ਵਿੱਚ ਤੁਸੀਂ ਸ਼ਬਦ ਪੜ੍ਹਦੇ ਜੇ, ਉਹਨਾਂ ਗੁਰਸਿੱਖਾਂ ਦਾ ਵੀ ਧਿਆਨ ਧਰਿਆ ਜਾਂਦਾ ਹੈ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ। ਪੜ੍ਹਦੇ ਹੋ ਨਾ, ਦੇਖ ਕੇ ਅਣਡਿੱਠ ਕੀਤਾ। ਹੁਣ ਦੇਖ ਕੇ ਅਣਡਿੱਠ ਕੀਤਾ ਵਾਲੇ ਕਿਹੜੇ ਨੇ? ਜਿਹੜੇ ਕਿਸੇ ਦਾ ਔਗਣ ਵੇਖ ਕੇ ਤੇ ਕਹਿੰਦੇ ਛੱਡ ਪਰੇ, ਮੈਂ ਐਵੇਂ ਦੂਜੇ ਦੀ ਲੂਤੀਆਂ ਲਾਈ ਜਾਊਂਗਾ, ਦੂਜੇ ਦੇ ਔਗਣ ਵੇਖ ਕੇ ਛੱਡ ਪਰੇ, ਮੈਂ ਕਿਉਂ ਕਿਸੇ ਦਾ ਨੁਕਸਾਨ ਕਰਨਾ ਹੈ। ਕਈਆਂ ਨੂੰ ਆਦਤ ਹੁੰਦੀ ਕਿਸੇ ਦੀ ਮਾੜੀ ਜੀ ਕਮੀ ਲੱਭ ਗਈ ਤੇ ਦੁਹਾਈ ਪਾ ਦਿਓ ਵੀ ਇਹ ਚਾਹ ਔਗਣਿਆ, ਤੇ ਆਪਣਾ ਕਿਤੇ ਔਗਣ ਦੁਨੀਆ 'ਚ ਜ਼ਾਹਰ ਹੋਣ ਲੱਗੇ ਤੇ ਕਹਿੰਦਾ ਉਹ ਗੱਲ ਗਾਹ ਨਾ ਕਰੀ, ਓਏ ਪਰਦਾ ਪਾ ਦੇ ਮੇਰੀ ਗੱਲ ਤੇ। ਆਪਣੀ ਕੋਈ ਕਮੀ ਦਿਸਦੀ ਹੈ ਕਿਸੇ ਨੂੰ ਤੇ ਕਹਿੰਦਾ ਲੁਕਾ ਲੈ, ਕਿਸੇ ਹੋਰ ਦੀ ਦਿਸਦੀ ਹੈ ਤੇ ਕਹਿੰਦਾ ਦੁਨੀਆ ਨੂੰ ਦੱਸ ਦੇ। ਇਹ 'ਚ ਇਸੇ ਤਰ੍ਹਾਂ ਬਾਣੀ 'ਚ ਪਤਾ ਕੀ ਆਖਿਆ ਮਹਾਰਾਜ ਸਾਹਿਬ ਨੇ? ਜੋ ਦੇਖੈ ਛਿਦਰ ਤੋ ਨਿੰਦਕ ਉਮਾ ਹੈ। ਕਿਸੇ ਦੀ ਕਮੀ ਦੇਖ ਕੇ ਨਿੰਦਕ ਨੂੰ ਬੜੀ ਖੁਸ਼ੀ ਹੁੰਦੀ ਹੈ, ਬੜਾ ਚਾਅ ਚੜ੍ਹਦਾ ਨਿੰਦਕ ਬੰਦੇ ਨੂੰ ਕਿਸੇ ਦਾ ਔਗਣ ਦੇਖ ਕੇ। ਜੋ ਦੇਖੈ ਛਿਦਰ ਤੋ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ। ਭਲਾ ਵੇਖ ਕੇ ਦੁੱਖ ਨਾ ਭਰ ਜਾਂਦੇ ਆ ਵੀ ਕਿਸੇ ਨੇ ਭਲਾ ਕੀਤਾ ਹੈ, ਕਿਸੇ ਦਾ ਭਲਾ ਗੁਣ ਵੇਖ ਕੇ ਅੰਦਰ ਦੁੱਖ ਭਰ ਜਾਂਦਾ। ਮਹਾਰਾਜ ਕਹਿੰਦੇ ਉਹ ਸਿੱਖ ਮੈਨੂੰ ਬੜੇ ਪਿਆਰੇ ਆ ਜਿਹੜਾ ਸਿੱਖ ਦਾ ਪਰਦਾ ਢੱਕੇ, ਜਿਹੜਾ ਸਿੱਖ ਦੀ ਕਮੀ ਵੇਖ ਕੇ ਉੱਤੇ ਪਰਦਾ ਪਾ ਦੇ ਵੀ ਚਲੋ ਇਹਦਾ ਔਗਣ, ਇਹਦੀ ਬਦਨਾਮੀ ਹੋਊ ਤੇ ਮੇਰੀ ਕੌਮ ਦੀ ਬਦਨਾਮੀ ਹੋਊ, ਮੇਰੇ ਪੰਥ ਦੀ ਬਦਨਾਮੀ ਹੋਊ, ਮੈਂ ਉਸ ਨੂੰ ਢੱਕ ਦੇਵਾਂ। ਪਰ ਅੱਜ ਕੱਲ੍ਹ ਉਹ ਬਹੁਤ ਘੱਟ ਸਿੱਖ ਰਹਿ ਗਏ। ਅੱਜ ਕੱਲ੍ਹ ਤੇ ਹਰ ਕਿਸੇ ਨੇ ਸੋਚਿਆ ਚਲੋ ਕਿਸੇ ਦੀ ਕੋਈ ਕਮੀ ਲੱਭੋ, ਝਾਟੀ ਨੈੱਟ 'ਤੇ ਪਾ ਦਿੰਦੇ ਆਪਾਂ, ਬਾਅਦ 'ਚ ਭਾਵੇਂ ਸਾਰਾ ਪੰਥ ਇੱਕ ਜੂੰਡੀ ਹੁੰਦਾ ਰਵੇ, ਕੋਈ ਗੱਲ ਨਹੀਂ, ਕਹਿੰਦਾ ਆਪਣੇ ਤੇ ਵਿਊ ਵਧ ਹੀ ਗਏ ਆ, ਕੋਈ ਗੱਲ ਨਹੀਂ। ਅੱਜ ਕੱਲ੍ਹ ਆਹ ਚੱਕਰ ਹੈ, ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ, ਆਪਣੇ ਚੈਨਲਾਂ ਨੂੰ ਪ੍ਰਮੋਟ ਕਰਨ ਵਾਸਤੇ, ਆਪਣੇ ਪੇਜਾਂ ਨੂੰ ਪ੍ਰਮੋਟ ਕਰਨ ਵਾਸਤੇ ਜਾਣ ਬੁੱਝ ਕੇ ਵੀ ਕੁਝ ਲੋਕ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਜਿਹਦੇ ਨਾਲ ਪੰਥ ਨੂੰ, ਕੌਮ ਨੂੰ ਜਿਹੜਾ ਬਦਨਾਮ ਕਰਨ ਦਾ ਕੋਈ ਨਾ ਕੋਈ ਢੰਗ ਲੱਭੀ ਰੱਖਦੇ ਆ। ਚਲੋ ਜਿੱਥੇ ਕਿਸੇ ਦੀ ਔਗਣ ਕਮੀ ਲੱਭੀ ਹੈ, ਹਾਂ ਲੱਭਦੀ ਹੈ, ਪਰ ਉਸ ਬੰਦੇ ਨੂੰ ਬਿਠਾ ਕੇ ਸਮਝਾ ਦਿਓ। ਪਰ ਕਹਿੰਦੇ ਨੇ ਵੀ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਸਿੱਖ ਦਾ ਪਰਦਾ ਢੱਕੇ, ਸਹੀ ਸਿੱਖ ਭਲੇ ਹਮ ਪਿਆਰੇ। ਚਲੋ ਮੈਂ ਉਦਾਹਰਨ ਦੇ ਦਿਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨਾਲ ਦਮਦਮਾ ਸਾਹਿਬ ਬੈਠੇ, ਦਮਦਮਾ ਸਾਹਿਬ ਬਿਰਾਜਮਾਨ ਹੋਏ ਤੇ ਇੱਕ ਸਿੱਖ ਆਇਆ। ਸਿੱਖ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਸਾਹਿਬ ਜੀ, ਮੈਂ ਪ੍ਰਸ਼ਾਦਾ ਛਕਾਉਣਾ ਹੈ, ਇੱਕ ਸਿੱਖ ਮੈਨੂੰ ਦੇ ਦਿਓ। ਮਹਾਰਾਜ ਕਹਿੰਦੇ ਠੀਕ ਹੈ, ਦਸਮ ਪਾਤਸ਼ਾਹ ਗੱਲ ਦੱਸ। ਉਦੋਂ ਨਾ ਇੱਦਾਂ ਦਾ ਸਮਾਂ ਸੀ ਵੀ ਕਈ ਸਿੰਘ ਹੋਰ ਵੀ ਆ ਜਾਂਦੇ ਸੀ ਪਰਿਵਾਰਾਂ ਵਾਲੇ ਮਹਾਰਾਜ ਸਾਹਿਬ ਕੋਲ, ਵੀ ਮਹਾਰਾਜ ਜਾਂ ਤਾਂ ਗੁਰੂ ਸਾਹਿਬ ਆਪ ਚਲੇ ਜਾਂਦੇ ਸੀ ਗੱਫਾ ਛਕਣ ਵਾਸਤੇ, ਜਾਂ ਸਿੰਘਾਂ ਨੂੰ ਭੇਜ ਦਿੰਦੇ ਹੁੰਦੇ। ਇੱਕ ਸਿੱਖ ਆਇਆ, ਕਹਿੰਦਾ ਮਹਾਰਾਜ ਇੱਕ ਸਿੱਖ ਭੇਜਿਓ। ਉਦਣ ਕੁਦਰਤੀ ਹੋਇਆ, ਉਦਣ ਵਾਹਵਾ ਸਿੰਘ ਮਹਾਰਾਜ ਸਾਹਿਬ ਨੇ ਵੱਖਰੇ ਸਿੰਘਾਂ ਦੇ ਘਰਾਂ 'ਚ ਭੇਜੇ ਸੀ ਗੱਫਾ ਛਕਣ ਵਾਸਤੇ, ਫੁਲਕਾ ਛਕਣ ਵਾਸਤੇ। ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਤੇ ਮਹਾਰਾਜ ਸਾਹਿਬ ਦੇ ਲਾਗੇ ਖੜਾ ਭਾਈ ਮਲਾਗਰ ਸਿੰਘ, ਬੜਾ ਪਿਆਰਾ ਸਿੱਖ ਰਿਹਾ ਹੈ ਗੁਰੂ ਸਾਹਿਬ ਦਾ, ਬੜਾ ਪ੍ਰੇਮੀ ਸਿੱਖ। ਭਾਈ ਮਲਾਗਰ ਸਿੰਘ ਨੂੰ ਇਸ਼ਾਰਾ ਕੀਤਾ ਵੀ ਜਾ ਤੂੰ ਚਲਾ ਜਾ ਇਹ ਸਿੱਖ ਦੇ ਨਾਲ। ਗੱਫਾ ਛਕਿਆ, ਅਰਦਾਸ ਬੇਨਤੀ ਕਰਦੀ ਸਿੱਖ ਦੀ। ਤੇ ਜਦੋਂ ਨਾ ਸਾਰੇ ਸਿੰਘ ਗੱਫਾ ਛਕ ਕੇ, ਫੁਲਕਾ ਛਕ ਕੇ ਆ ਗਏ ਨਾ, ਤੇ ਮਹਾਰਾਜ ਸਾਹਿਬ ਮੌਜ ਵਿੱਚ ਬੈਠੇ। ਦਸਵੇਂ ਪਾਤਸ਼ਾਹ ਕਹਿੰਦੇ ਜਿਹੜੇ ਸਿੰਘ ਗਏ ਸੀ ਸਾਰੇ ਸਿੰਘਾਂ ਦੇ ਘਰ 'ਚ, ਵੱਖ ਘਰਾਂ 'ਚ ਗਏ, ਮਹਾਰਾਜ ਨੇ ਸਾਰੇ ਸੱਦ ਲਏ। ਐਵੇਂ ਮਹਾਰਾਜ ਨੇ ਮੌਜ ਵਿੱਚ ਬੈਠਿਆਂ ਕਹਿੰਦੇ ਦੱਸੋ ਕਿਹੜਾ ਸਿੱਖ ਕੀ ਛਕ ਕੇ ਆਇਆ। ਕੋਈ ਦੱਸਣ ਲੱਗੇ ਮਹਾਰਾਜ ਖੀਰ ਪੂੜੇ ਛਕਾਏ, ਕਿਸੇ ਨੇ ਛਕਾ ਮਹਾਰਾਜ ਸੱਚੇ ਪਾਤਸ਼ਾਹ, ਕਿਸੇ ਨੇ ਭਾਂਤ ਦੇ ਪਦਾਰਥ ਛਕਾਏ, ਕਿਸੇ ਨੇ ਮਿੱਠਾ, ਕਿਸੇ ਨੇ ਕੁਝ ਲੂਣਾ ਦੱਸਿਆ। ਭਾਈ ਮਲਾਗਰ ਸਿੰਘ ਚੁੱਪ, ਉਹਨੇ ਨਹੀਂ ਕੁਛ ਬੋਲਿਆ। ਮਹਾਰਾਜ ਸਾਹਿਬ ਭਾਈ ਮਲਾਗਰ ਸਿੰਘ ਨੂੰ ਕਹਿਣ ਲੱਗੇ, ਮਲਾਗਰ ਸਿੰਘ ਤੂੰ ਨਹੀਂ ਦੱਸਿਆ, ਤੂੰ ਕੀ ਛਕ ਕੇ ਆਇਆ? ਕਹਿੰਦਾ ਮਹਾਰਾਜ 36 ਪ੍ਰਕਾਰ ਦੇ ਭੋਜਨ ਛਕੇ ਆ ਜੀ, ਬਹੁਤ ਆਨੰਦ ਆਇਆ।
ਇਦਾਂ ਦਾ ਪਦਾਰਥ ਪਹਿਲਾਂ ਕਦੇ ਨਹੀਂ ਛਕਿਆ। ਦਸਵੇਂ ਪਾਤਸ਼ਾਹ ਨੇ ਕੋਲ ਸੱਦ ਲਿਆ, ਕੋਲ ਭਾਈ ਮਲਾਗਰ ਸਿੰਘ ਨੂੰ, ਤੇ ਸਤਿਗੁਰੂ ਸਾਹਿਬ ਨੇ ਸਨਮਾਨਿਤ ਕਰਤਾ, ਸਨਮਾਨਿਤ ਭਾਈ ਮਲਾਗਰ ਸਿੰਘ ਨੂੰ। ਸਾਰੇ ਸਿੱਖ ਹੈਰਾਨ, ਕਹਿੰਦੇ ਮਹਾਰਾਜ ਛਕ ਕੇ ਤੇ ਅਸੀਂ ਵੀ ਬੜਾ ਕੁਝ ਆਏ ਆ, ਅਸੀਂ ਵੀ ਤੁਹਾਨੂੰ ਭਾਂਤ ਭਾਂਤ ਦਾ ਦੱਸਿਆ ਤੇ ਸਨਮਾਨਿਤ ਤੁਸੀਂ ਇਹਨੂੰ ਹੀ ਇਕੱਲੇ ਨੂੰ ਕੀਤਾ। ਮਹਾਰਾਜ ਕਹਿੰਦੇ ਇਹਨੇ ਅੱਜ ਮੇਰਾ ਪਰਦਾ ਢੱਕਿਆ। ਦਸਵੇਂ ਪਾਤਸ਼ਾਹ ਕਹਿੰਦੇ ਅੱਜ ਸਿੱਖ ਨੇ ਮੇਰਾ ਪਰਦਾ ਢੱਕਿਆ। ਉਹ ਸਾਰੇ ਹੈਰਾਨ ਹੋਏ, ਮਹਾਰਾਜ ਉਹ ਕਿਵੇਂ? ਕਹਿੰਦੇ ਇਹਨੂੰ ਪੁੱਛ ਲਓ ਕੀ ਛਕ ਕੇ ਆਇਆ। ਸਿੱਖ ਪੁੱਛਦੇ ਦੱਸ ਦਿਓ ਸਿੰਘ ਜੀ ਕੀ ਛਕ ਕੇ ਆਏ। ਮਹਾਰਾਜ ਨੇ ਕਿਹਾ ਦੱਸ ਸਾਰਿਆਂ ਨੂੰ। ਉਹ ਦੱਸਣ ਲੱਗਾ, ਕਹਿੰਦਾ ਮਹਾਰਾਜ ਜਿਹੜੇ ਸਿੱਖ ਦੇ ਘਰ ਤੁਸੀਂ ਭੇਜਿਆ ਸੀ ਨਾ, ਉਹ ਸਿੱਖ ਦੇ ਘਰ ਇੰਨੀ ਗਰੀਬੀ ਸੀ, ਉਹਨੇ ਪੀਲੂ ਜਿਹੜੇ ਨਾ ਪੀਲੂ ਧੋ ਕੇ ਇੱਕ ਭਾਂਡੇ 'ਚ ਪਾ ਕੇ ਉਹ 'ਚ ਸਿਰਫ ਨਮਕ ਪਾਇਆ ਹੋਇਆ ਸੀ। ਤੇ ਮਹਾਰਾਜ ਮੈਂ ਤੁਸੀਂ ਭੇਜਿਆ, ਮੈਨੂੰ ਕਿਹਾ ਸੀ ਅਰਦਾਸ ਕਰ ਦਿਓ, ਤੇ ਮੈਂ ਅਰਦਾਸ ਇਹ ਕੀਤੀ ਵੀ ਮਹਾਰਾਜ ਤੁਹਾਡੇ ਪਿਆਰੇ ਭਾਵਨਾ ਵਾਲੇ ਸਿੱਖ ਨੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਆ ਤੁਹਾਨੂੰ ਛਕਾਉਣ ਵਾਸਤੇ, ਤੇ ਮਹਾਰਾਜ ਕਿਰਪਾ ਕਰਿਓ ਸਿੱਖ ਦੇ ਘਰ ਪੱਕੇ ਪਕਵਾਨ ਬਣਦੇ ਕਰ ਦਿਓ, ਇਹਦੀ ਗਰੀਬੀ ਦੂਰ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਿੱਖ ਕਹਿੰਦਾ ਮਹਾਰਾਜ ਮੈਂ ਇਹ ਅਰਦਾਸ ਕੀਤੀ ਆ ਵੀ ਤੁਸੀਂ ਉਹਦੀ ਗਰੀਬੀ ਦੂਰ ਕਰ ਦਿਓ। ਸਿੱਖ ਨੇ ਬੜੀ ਭਾਵਨਾ ਨਾਲ ਪੀਲੂ ਛਕਾਏ, ਜਿੰਨੀ ਸ਼ਰਧਾ ਤੇ ਭਾਵਨਾ ਨਾਲ ਛਕਾਏ ਆ ਨਾ ਮਹਾਰਾਜ ਸੱਚੇ ਪਾਤਸ਼ਾਹ, ਉਹ 36 ਪ੍ਰਕਾਰ ਦੇ ਭੋਜਨਾਂ ਦਾ ਆਨੰਦ ਦੇ ਗਏ ਮੈਨੂੰ। ਤਾਂ ਮੈਂ ਕਿਹਾ 36 ਪ੍ਰਕਾਰ ਦੇ ਭੋਜਨ ਸੀ। ਤੇ ਗੁਰੂ ਸਾਹਿਬ ਕਹਿੰਦੇ ਤੂੰ ਚੁੱਪ ਕੀਤਾ ਰਿਹਾ, ਕਿਸੇ ਨਾਲ ਗੱਲ ਨਹੀਂ ਕੀਤੀ। ਇੱਥੇ ਸਾਰੇ ਜਿਹੜੇ ਹੋਰ ਛਕ ਕੇ ਆਏ ਇੱਕ ਦੂਜੇ ਨਾਲ ਗੱਲ ਕਰਨ ਲੱਗ ਪਏ, ਅੱਜ ਆ ਛਕਿਆ, ਅੱਜ ਆ ਛਕਿਆ। ਤੈਨੂੰ ਕਈਆਂ ਪੁੱਛਿਆ ਤੂੰ ਦੱਸਿਆ ਵੀ ਨਹੀਂ, ਤੇ ਨਾ ਤੂੰ ਆਪ ਕਿਸੇ ਨਾਲ ਕੋਈ ਗੱਲ ਕੀਤੀ, ਮੇਰੇ ਕਹਿਣ ਤੇ ਦੱਸਿਆ। ਦਾ ਮਤਲਬ ਤੂੰ ਅੱਜ ਮੇਰੇ ਸਿੱਖ ਦਾ ਪਰਦਾ ਟਕਿਆ, ਸਮਝ ਲੈ ਮੇਰਾ ਪਰਦਾ ਟਕਿਆ। ਜੇ ਸਿੱਖ ਕਿਸੇ ਸਿੱਖ ਦਾ ਪਰਦਾ ਢੱਕਦਾ ਏ, ਦਸਵੇਂ ਪਾਤਸ਼ਾਹ ਕਹਿੰਦੇ ਉਹ ਸਿੱਖ ਮਤਲਬ ਮੇਰਾ ਪਰਦਾ ਢੱਕਦਾ ਹੈ। ਤੇ ਅੱਜ ਸਾਡੇ ਵਿੱਚ ਇਹ ਕਿੰਨੀ ਕੁ ਕਿਤੇ ਭਾਵਨਾ ਹੈ। ਅਸੀਂ ਤੇ ਸੋਚਦੇ ਹਾਂ ਬਸ ਕੋਈ ਮੌਕਾ ਲੱਭੇ ਤੇ ਅਗਲੇ ਦੇ ਸਾਰੇ ਪਰਦੇ ਜ਼ਾਹਰ ਕਰੀਏ ਦੁਨੀਆ ਵਿੱਚ। ਮੈਂ ਇੱਕ ਬੇਨਤੀ ਕਰਾਂ, ਠੱਗ ਨੂੰ ਠੱਗ ਕਹਿਣਾ ਗਲਤ ਨਹੀਂ ਆ। ਜਿੱਥੇ ਠੱਗ ਠੱਗੀ ਮਾਰ ਰਿਹਾ ਹੋਵੇ ਨਾ, ਉਸ ਠੱਗ ਬਾਰੇ ਜਾਣਕਾਰੀ ਦੇਣੀ ਕੋਈ ਗੁਨਾਹ ਨਹੀਂ ਆ। ਪਰ ਸਿੱਖ ਨੂੰ ਸਿੱਖ ਦੀ ਕੋਈ ਜਾਣੇ ਅਣਜਾਣੇ ਹੋਈ ਗਲਤੀ ਨੂੰ ਜੱਗ ਜ਼ਾਹਰ ਕਰਕੇ ਉਹਨੂੰ ਭੰਡ ਦੇਣਾ, ਬਦਨਾਮ ਇੰਨਾ ਕਰ ਦੇਣਾ ਕਿ ਉਹ ਮਰਨ ਤੇ ਮਜਬੂਰ ਹੋ ਜਾਏ, ਉਹ ਕਾਹਦੀ ਸਿੱਖੀ ਹੈ ਭਲਾ? ਮੈਂ ਫਿਰ ਬੇਨਤੀ ਕਰਾਂ, ਠੱਗ ਨੂੰ ਠੱਗ ਕਹਿਣਾ ਗੁਨਾਹ ਨਹੀਂ ਹੈ। ਮਹਾਰਾਜ ਸਾਹਿਬ ਨੇ ਕਿਹਾ ਹੈ ਜੇ ਠੱਗ ਮਿਲੇ ਨਾ ਮਹਾਰਾਜ ਸਾਹਿਬ ਨੂੰ, ਮਹਾਰਾਜ ਨੇ ਕਿਹਾ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਗ, ਗਲੀ ਜੰਨਾ ਜਪ ਮਾਲੀਆਂ ਲੋਟੇ ਹੱਥ ਨਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਜੇ ਠੱਗ ਮਿਲੇ ਤੇ ਮਹਾਰਾਜ ਡੰਕੇ ਦੀ ਚੋਟ ਤੇ ਕਿਹਾ ਵੀ ਇਹ ਠੱਗ ਆ। ਤੇ ਜਿੱਥੇ ਰੱਬ ਦੇ ਭਗਤ ਮਿਲੇ ਨਾ, ਉੱਥੇ ਕਿਹਾ ਵੀ ਹੈ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਮ ਬਬੇਕੋ। ਉਹ ਵੀ ਸ਼ਬਦ ਕਬੀਰ ਸਾਹਿਬ ਦਾ ਤੇ ਇਹ ਵੀ ਸ਼ਬਦ ਕਬੀਰ ਸਾਹਿਬ ਦਾ ਹੈ। ਕਬੀਰ ਸਾਹਿਬ ਨੂੰ ਠੱਗ ਵੀ ਮਿਲੇ ਆ ਤੇ ਸੰਤ ਵੀ ਮਿਲੇ ਆ। ਜਿੱਥੇ ਸੰਤ ਮਿਲੇ ਉੱਥੇ ਕਿਹਾ ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਜਿੱਥੇ ਸੰਤ ਮਿਲੇ ਉਹਨੇ ਕਿਹਾ ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਚਖਮਾਰੀ। ਜਿੱਥੇ ਸੰਤ ਮਿਲਿਆ ਉਹ ਕਹਿੰਦੇ ਭੱਜ ਕੇ ਮਿਲ ਲਾ। ਤੇ ਇਹ ਵੀ ਗੱਲ ਉਹਨਾਂ ਸ਼ਬਦ ਇਹ ਵੀ ਕਬੀਰ ਸਾਹਿਬ ਦਾ ਹੈ। ਇੱਕ ਹੋਰ ਸਾਂਝਾ ਕਰਨਾ ਕਬੀਰ ਸਾਹਿਬ ਦਾ, ਉਹਨਾਂ ਇਹ ਵੀ ਜ਼ਿਕਰ ਕੀਤਾ ਹੈ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਮਾੜਾ ਬੰਦਾ ਦਿਸਦਾ ਉਹ ਤੇ ਦੂਰੋਂ ਵੇਖ ਕੇ ਪਛਾਂ ਭਾਜਾ, ਨਾ ਸੰਗਤ ਕਰੀ ਉਹਦੀ। ਜਿੱਥੇ ਮਾੜਾ ਆ, ਜਿੱਥੇ ਭੈੜਾ ਆ, ਜਿੱਥੇ ਠੱਗ ਹੈ, ਜਿੱਥੇ ਲੁੱਟਣ ਵਾਲਾ ਬੈਠਾ ਆ, ਉਹਨੂੰ ਬਿਲਕੁਲ ਠੱਗ ਨੂੰ ਠੱਗ ਕਹਿਣ 'ਚ ਕੋਈ ਹਰਜ ਨਹੀਂ। ਪਰ ਕਿਸੇ ਭੋਲੇ ਜਾਣੇ ਅਣਜਾਣੇ ਸਿੱਖ ਕੋਲੋਂ ਹੋਈ ਗਲਤੀ ਨੂੰ ਜੱਗ ਜ਼ਾਹਰ ਕਰਕੇ ਉਹਨੂੰ ਇੰਨਾ ਭੰਡਦੀ ਹੈ ਕਿ ਮੁੜ ਕੇ ਉਹ ਸਿੱਖ ਕੌਮ ਵਿੱਚ ਜੀਣ ਜੋਗਾ ਰਹੇ ਨਾ। ਮਹਾਰਾਜ ਨੇ ਸਾਨੂੰ ਅਰਦਾਸ ਦੇ ਵਿੱਚ ਖਾਲਸਾ ਪੰਥ ਨੇ ਦੇਖ ਕੇ ਅਣਡਿੱਠ ਕਰਨ ਦਾ ਢੰਗ ਵੀ ਦੱਸਿਆ। ਇਹ ਪਤਾ ਜਿਹੜੇ ਸ਼ਬਦ ਅਰਦਾਸ ਵਿੱਚ ਕਹੇ ਗਏ ਨੇ ਨਾ,
ਇਹ ਇਸੇ ਕਰਕੇ ਕਹੇ ਗਏ ਆ ਵੀ ਅਰਦਾਸ ਕਰਨ ਵਾਲਿਆ ਜੇ ਸਿੱਖੀ ਕਮਾਉਣੀ ਆ ਤੇ ਇਹਨਾਂ ਗੱਲਾਂ ਤੇ ਗੌਰ ਕਰੀ। ਫਿਰ ਤੈਨੂੰ ਜੇ ਸਿੱਖੀ ਕਮਾਉਣੀ ਆ ਤੇ ਫਿਰ ਦੇਖ ਕੇ ਅਣਡਿੱਠ ਕਰਨਾ ਆਉਣਾ ਚਾਹੀਦਾ ਤੈਨੂੰ। ਇਹ ਗੱਲਾਂ ਦਾ ਗੌਰ ਕਰੀ ਫਿਰ। ਤਾਂ ਕਰਕੇ ਇਹ ਸ਼ਬਦ ਪਾਏ ਨੇ ਖਾਲਸਾ ਪੰਥ ਨੇ ਅਰਦਾਸ ਦੇ ਵਿੱਚ। ਮਹਾਰਾਜ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸਈ ਸਿੱਖ ਭਲੇ ਮਮ ਪਿਆਰੇ। ਜਿਹੜੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਸਿੱਖ ਕਿਸੇ ਦਾ ਪਰਦਾ ਢੱਕਦੇ, ਕਿਸੇ ਦੇ ਔਗਣ ਨੂੰ ਦੇਖ ਕੇ ਉਹਦੇ ਔਗਣ ਨੂੰ ਚਤਾਰਦੇ ਨਹੀਂ। ਹੁਣ ਉਸ ਬੀਬੀ ਨੇ ਘਰ ਚੋਂ ਕੂੜਾ ਦਿੱਤਾ, ਤੇ ਕੂੜਾ ਦਿੱਤਾ ਏ ਤੇ ਕੂੜਾ ਜਿਹੜਾ ਏ ਉਹਨੇ ਘਰ 'ਚ ਛਾਣ ਕੇ ਬਦਰੀ ਬੇਰੀ ਜਿਹੜੀ ਹੈ ਉਹਦਾ ਬੀਜ ਦਿੱਤਾ, ਉਹਨੂੰ ਫਲ ਲੱਗਾ। ਮੈਂ ਇੰਜ ਕਹਿ ਲਵਾਂ, ਉਸ ਬੇਰੀ ਨੂੰ ਨਹੀਂ ਫਲ ਲੱਗਾ, ਉਸ ਸਿੱਖ ਦੀ ਭੇਟਾ ਨੂੰ ਫਲ ਲੱਗਾ ਹੈ। ਕਿਉਂਕਿ ਮਹਾਰਾਜ ਸਾਹਿਬ ਨੇ ਉਸ ਬੇਰੀ ਦੇ ਬੇਰ ਛਕੇ ਸਨ, ਤੇ ਜੇ ਮਹਾਰਾਜ ਸਾਹਿਬ ਨੂੰ ਉਸ ਉਹ ਭੇਟਾ ਮਿਲ ਗਈ ਹੈ ਨਾ, ਤੇ ਇਹਦਾ ਮਤਲਬ ਹੈ ਸਿੱਖ ਦੇ ਘਰ ਦੀ ਗਰੀਬੀ ਵੀ ਦੂਰ ਹੋ ਗਈ ਹੈ। ਜਿਨ੍ਹਾਂ ਦੀਆਂ ਭੇਟਾਂ ਗੁਰੂ ਸਾਹਿਬ ਨੂੰ ਪਹੁੰਚੀਆਂ ਸੀ, ਉਹਨਾਂ ਸਭਨਾਂ ਦੀ ਹਾਜ਼ਰੀ ਪ੍ਰਵਾਨ ਹੋਈ, ਸਭਨਾਂ ਦੀ ਭੇਟਾ ਪ੍ਰਵਾਨ ਹੋਈ, ਸਭਨਾਂ ਦੇ ਘਰਾਂ ਦੀ ਗਰੀਬੀ ਮੁੱਕੀ ਹੈ। ਨਾਮ ਧਨ ਦਾ ਨਾਮ ਦੀਆਂ ਦਾਤਾਂ ਮਿਲੀਆਂ ਨੇ ਉਹਨਾਂ ਨੂੰ, ਤੇ ਭਾਵੇਂ ਸਿੱਖ ਦੀ ਦੇਰ ਨਾਲ ਹੀ ਭੇਟਾ ਪ੍ਰਵਾਨ ਹੋਈ ਆ, ਪਰ ਹੋਈ ਜ਼ਰੂਰ ਆ। ਮਹਾਰਾਜ ਸੱਚੇ ਪਾਤਸ਼ਾਹ ਕਿਸੇ ਸਿੱਖ ਦੀ ਭਾਵਨਾ ਨਾਲ ਕੀਤੀ ਹੋਈ ਭੇਟਾ ਰੱਖਦੇ ਨਹੀਂ, ਮੁੱਲ ਜ਼ਰੂਰ ਦਿੰਦੇ ਆ, ਫਲ ਜ਼ਰੂਰ ਦਿੰਦੇ ਆ। ਅੱਜ ਜੇ ਕਿਤੇ ਆਪਾਂ ਕਿਤੇ ਗੁਰੂ ਘਰ 'ਚ ਰੁਪਈਆ ਭੇਟਾ ਵੀ ਕਰਾਂਗੇ ਨਾ, ਤੇ ਇਹ ਨਾ ਸੋਚੋ ਵੀ ਇੱਥੇ ਅਜਾਈ ਚਲਾ ਗਿਆ। ਮੈਂ ਇੱਕ ਬੇਨਤੀ ਕਰਾਂ, ਦੁਨੀਆ ਦੇ ਬੈਂਕਾਂ ਵਿੱਚ ਜਮ੍ਹਾਂ ਕੀਤੀ ਹੋਈ ਪੂੰਜੀ ਦਾ ਬੰਦੇ ਨੂੰ ਡਰ ਰਹੇਗਾ, ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ, ਕਿਹੜਾ ਖਾਤਾ ਕਿਨੇ ਹੈਕ ਕਰ ਦੇਣਾ, ਡਰ ਰਹਿਣਾ। ਤੇ ਜਿਹੜਾ ਖਾਤਾ ਸਿੱਖ ਦਾ ਦਸਵੰਧ ਵਾਲਾ ਖਾਤਾ ਗੁਰੂ ਦੇ ਘਰ ਚੱਲਦਾ ਪਿਆ ਨਾ, ਯਾਦ ਰਹੇ ਇਹ ਖਾਤੇ ਹੈਕ ਨਹੀਂ ਹੋਣੇ। ਇਸ ਖਾਤਿਆਂ 'ਚ ਭੇਟਾ ਕੀਤੀ ਮਾਇਆ ਦਾ ਫਲ ਮਿਲੇਗਾ ਹੀ ਮਿਲੇਗਾ। ਮਹਾਰਾਜ ਰੱਖਦੇ ਨਹੀਂ ਹੁੰਦੇ ਕਿਸੇ ਦਾ ਹਿਸਾਬ। ਮਹਾਰਾਜ ਨੇ ਬਾਣੀ 'ਚ ਕਿਹਾ ਨਾ, ਕਹਿਣ ਲੱਗੇ ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੇ। ਉਹਨੂੰ ਨਹੀਂ ਵਿਸਾਰਨਾ ਜਿਹੜਾ ਸਾਡੀ ਘਾਲਣਾ ਅਜਾਈ ਨਹੀਂ ਜਾਣ ਦਿੰਦਾ। ਪਾਤਸ਼ਾਹ ਕਹਿੰਦੇ ਇਸ ਕਰਕੇ ਗੁਰੂ ਸੱਚੇ ਪਾਤਸ਼ਾਹ ਦੇ ਦਰ ਦੇ ਵਿੱਚ ਉਹ ਸਿੱਖ ਨੇ ਬੜੀ ਭਾਵਨਾ ਦੇ ਨਾਲ ਭੇਟਾ ਜਦੋਂ ਕੀਤਾ ਨਾ, ਤੇ ਗਰੀਬ ਨਵਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਚਾਚਾ ਫੱਗੋ ਤੂੰ ਮੈਨੂੰ ਬਹੁਤ ਪਿਆਰਾ ਲੱਗਾ ਹੈ। ਸਾਸ ਸਾਸ ਮੈਂ ਮੋਹੇ ਚਿਤਾਰੇ। ਮਹਾਰਾਜ ਕਹਿੰਦਾ ਤੂੰ ਤਾਂ ਭਲਾ ਲੱਗਾ ਹੈ, ਮੈਨੂੰ ਸਵਾਸ ਸਵਾਸ ਚੇਤੇ ਕਰਦਾ ਰਿਹਾ, ਤੂੰ ਬੜਾ ਯਾਦ ਕੀਤਾ ਮੈਨੂੰ। ਹੇ ਫੱਗੋ ਤੂੰ ਗੁਰਮੁਖ ਸਿੱਖ। ਮਹਾਰਾਜ ਕਹਿਣ ਲੱਗੇ ਚਾਚੇ ਫੱਗੋ ਨੂੰ, ਤੂੰ ਫੱਗੋ ਤੂੰ ਗੁਰਮੁਖ ਸਿੱਖਾਂ ਵਿੱਚੋਂ ਸਿੱਖ ਹੈ। ਸੁਣ ਹੈ ਕਥਾ ਸਿੱਖ ਤੋਹੇ ਭਵਿੱਖ। ਸੁਣੇ ਕਥਾ ਸਿੱਖ ਹੋਏ ਭਵਿੱਖ। ਤੇਰੀ ਕਥਾ ਆਉਣ ਵਾਲੇ ਸਮਿਆਂ 'ਚ ਸਿੱਖ ਸੁਣਿਆ ਕਰਨਗੇ ਤੇ ਸਿੱਖੀ ਧਾਰਨ ਕਰਨਗੇ। ਤੇਰੀ ਸਿੱਖਿਆ ਆਉਣ ਵਾਲੇ ਸਮਿਆਂ ਵਿੱਚ ਦੇਖੋ ਸੁਣ ਰਹੇ ਆ ਨਾ, ਹੁਣ ਕਈ ਸੰਗਤਾਂ ਲਾਈਵ ਵੀ ਸੁਣਦੀਆਂ ਨੇ, ਤੇ ਕਈਆਂ ਦੇ ਮਨਾਂ 'ਚ ਇਸ ਚੀਜ਼ ਦਾ ਵਿਸ਼ਵਾਸ ਪੈਦਾ ਹੋਊਗਾ ਵੀ ਵਾਕਈ ਗੁਰੂ ਘਰ 'ਚ ਭਾਵੇਂ ਰੁਪਈਆ ਵੀ ਭੇਟਾ ਕੀਤਾ ਹੈ ਨਾ, ਗੁਰੂ ਉਹਦਾ ਮੁੱਲ ਰੱਖਦਾ ਨਹੀਂ ਆ, ਕਿ ਜ਼ਰੂਰ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਨੇ ਐਵੇਂ ਨਹੀਂ ਕਿਹਾ ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੇ। ਦਿੱਤਾ ਲਈਏ ਆਪਣਾ, ਜੋ ਦਿੱਤਾ ਉਹੀ ਉਹ ਮਿਲੇਗਾ ਸਾਨੂੰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੀ ਸਿੱਖਿਆ ਆਉਣ ਵਾਲੇ ਸਮੇਂ ਸਿੱਖ ਸੰਗਤਾਂ ਸੁਣਿਆ ਕਰਨਗੀਆਂ। ਤਿੰਨ ਕੋ ਸਿੱਖੀ ਪ੍ਰਾਪਤ ਹੋਏ। ਤੇ ਜਿਹੜੇ ਸੁਣਿਆ ਕਰਨਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸਿੱਖੀ ਪ੍ਰਾਪਤ ਹੋਵੇਗੀ। ਕਾਮ ਕ੍ਰੋਧ ਅਹੰਕਾਰ ਨ ਕੋਏ। ਉਹਨਾਂ ਦੇ ਘਰਾਂ ਵਿੱਚੋਂ ਕਾਮ ਕ੍ਰੋਧ ਅਹੰਕਾਰ ਮੁੱਕ ਜਾਏਗਾ। ਸੁਨ ਕਰ ਸੰਗਤ ਬਾਕ ਬੇਸਾਲ। ਸੁਣ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਦੇ ਬਚਨ ਮਹਿਮਾ ਜਾਨੀ ਆਨੰਦ ਪ੍ਰਕਾਸ਼। ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਮਹਿਮਾ ਨੂੰ ਜਾਣਿਆ ਹੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਿਆ ਵੀ ਗੁਰੂ ਧੰਨ ਹੈ
ਜਿਹੜਾ ਸਤਿਗੁਰੂ ਹਰ ਸਿੱਖ ਦੇ ਹਿਰਦੇ ਦੀ ਵੇਦਨਾ ਨੂੰ ਜਾਣਦਾ ਹੈ, ਹਰ ਸਿੱਖ ਜੋ ਵੀ ਗੁਰੂ ਸੱਚੇ ਪਾਤਸ਼ਾਹ ਨੂੰ ਭੇਟਾ ਕਰਦਾ ਹੈ, ਮਾਲਕ ਸੱਚੇ ਪਾਤਸ਼ਾਹ ਸਭਨਾ ਦੀ ਭੇਟਾ ਪ੍ਰਵਾਨ ਕਰਦੇ ਹੀ ਕਰਦੇ ਨੇ। ਕੋਈ ਤਿਲ ਭਾਵੇਂ ਕੋਈ ਫੁੱਲ ਵੀ ਭੇਟਾ ਕਰਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਦੀ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ, ਗੁਰੂ ਸਾਹਿਬ ਮਹਾਰਾਜ ਦੀ ਵਡਿਆਈ ਕਰਦਿਆਂ ਤੁਛ ਬੁੱਧੀ ਹੋਣ ਦੇ ਕਾਰਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣ ਯੁਗ ਹੈ, ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ। ਤਿਲ ਫੁੱਲ ਭੇਟਾਵਾਂ ਯਾਤਰਾਵਾਂ ਸੇਵਾਵਾਂ ਸਫਲ ਕਰਨ, ਅੰਗ ਸੰਗ ਸਹਾਈ ਹੋਣ। ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਸਤਿਗੁਰੂ ਪਾਤਸ਼ਾਹ ਜੀ ਰਹਿਮਤਾਂ ਵਰਤਾਉਣ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸੁਨ ਕਰ ਸੰਗਤ ਬਾਕ ਬਿਲਾਸ, ਮਹਿਮਾ ਜਾਨੀ ਆਨੰਦ ਪ੍ਰਕਾਸ਼। ਹਾਥ ਜੋਰ ਪੁਨ ਅਰਜ ਗੁਜਾਰੀ, ਪੂਰਹੁ ਪਾਵਨੀ ਪ੍ਰਭੂ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।